जी का खालसा वाहिगुरु जी की फतेह। पतित पावन भगत वत्सल करुणा निधान सतगुरु गुरु ग्रंथ साहिब जियां दी पावन निगी गोद विच अत्यंत श्रद्धा ते सत्कार दे नाल शाम दे दीवाना विच आप जी जुड़ बैठे हो। गुरु कृपा सदका सुभाग समा प्राप्त होया। आओ इस वक्त नूं सफला बनाइए। इतिहास दे पावन प्रसंगां दे विचों आप जी ने सरवण कीता सी जदों गुरु नानक साहिब जी महाराज सुमेर पर्वत ते पुजे। सतगुरां दे पहुंचण दी पहली खबर योगी भरतरी नूं प्राप्त हुई। उसे वेले अंतर ध्यान हो के अपने गुरु गोरख दे पास आए। आखन लगे प्रभु जी दे हारे अवतार अज सुमेर पर्वत ते पुजे हन। मैं चाहता हाँ तुसी उन्हां नाल जाके चर्चा करो ते अपने मार्ग सिद्धां दे पंथ च लै आओ। गोरख जी बेशक करामाती ने सिद्धां दे गुरु ने पर हंकार विच खीवे ने। भरतरी जी ने अपने आश्रम उत्ते हुई सतगुरां नाल मुलाकात होए वचन विलास दसे। कहंदा जी वो कुल कायनात दा गेड़ा ला रहे ने। जे गुरु नानक पातशाह तुहाडे सेवक बन जाण तुहानूं बहुता प्रचार करन दी लोड़ नहीं, तुसी सृष्टि दे गुरु होवोगे। एक तरीका सी भरतरी दा अपने गुरु दी मुलाकात गुरु नानक साहब नाल कराउण दा। गोरखनाथ जी दे मन विच खुशी दी लहर एक चाह जागिया, क्यों ना मैं नानक जी नूं जाके मिलां ते अपना सेवक बनावां। इन्हां सारे प्रकरणां नूं आप जी ने बड़े विस्तार सहित सरवण कीता। आओ जी सुरत करके बिरती करके ध्यान करके चलिए सुमेर पर्वत दीआं उन्हां चोटियां ते जिथे मेरे बाबा गुरु नानक पातशाह आप विराज रहे ने। प्रेम दी पाओ सांझ बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सोरठा तद पजीत कर ताहे मैं आनो निज पंथ में। जिस वेले योगी भरतरी ने अपने धर्म ते कर्म दे गुरु गोरखनाथ जी नूं गुरु नानक पातशाह की महिमा सुनाई है, सुन के बेशक ओहदे तो बर्दाश्त नहीं होया भी मेरा सिद्ध मेरा सेवक
ਕਿਸੇ ਹੋਰ ਪੁਰਸ਼ ਦੀ ਮਹਿਮਾ ਕਰੇ। ਪਰ ਜੋ ਗੱਲ ਭਰਤਰੀ ਨੇ ਕਹਿ ਦਿੱਤੀ ਵੀ ਜੇ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਦੇ ਪੰਥ ਵਿੱਚ ਆ ਜਾਂਦੇ ਆ ਨਾ, ਤੇ ਸਾਡਾ ਇਹ ਪੰਥ ਹਿੰਦੁਸਤਾਨ ਤੋਂ ਬਾਹਰ ਪੂਰੇ ਵਿਸ਼ਵ ਵਿੱਚ ਫੈਲ ਜਾਏਗਾ। ਕਿਉਂਕਿ ਸਿੱਧਾਂ ਦੇ ਮੱਠ ਹਿੰਦੁਸਤਾਨ ਤੋਂ ਬਾਹਰ ਨਹੀਂ ਸਨ, ਕੇਵਲ ਇਹ ਭਾਰਤੀ ਲੋਕ ਸਨ ਸਿੱਧ। ਕਦੇ ਤੁਸੀਂ ਵੇਖਿਆ ਵੀ ਗੋਰਖਨਾਥ ਦੇ ਮੱਠ ਪੁਰਾਣੇ ਹੋਣ ਯੂਰਪ ਦੇ ਵਿੱਚ, ਅਫਰੀਕਾ ਦੇ ਵਿੱਚ, ਰਸ਼ੀਆ ਦੇ ਵਿੱਚ? ਨਹੀਂ, ਇਹ ਲੋਕ ਇਹਨਾਂ ਖੰਡਾਂ ਦੇ ਵਿੱਚ ਹੀ ਰਹਿੰਦੇ ਸੀ। ਆਪਣੇ ਪਰਮ ਪਿਆਰੇ ਮਿੱਤਰ ਸੇਵਕ ਭਰਤਰੀ ਦੇ ਪਾਸੋਂ ਜਦੋਂ ਗੋਰਖ ਨੇ ਇਹ ਸੁਣ ਲਿਆ ਨਾ ਵੀ ਗੁਰੂ ਨਾਨਕ ਸਾਹਿਬ ਬਹੁਤ ਵੱਡੀ ਖੁਦਾਈ ਹੈ, ਧਿਆਨ ਮਾਰ ਕੇ ਵੇਖਿਆ ਵੀ 24 ਅਵਤਾਰਾਂ ਦੇ ਵਿੱਚੋਂ ਤੇ ਕੋਈ ਐਸਾ ਅਵਤਾਰ ਹੈ ਨਹੀਂ ਜਿਹਨੇ ਅੱਜ ਕੱਲ੍ਹ ਜਨਮ ਲੈਣਾ ਹੋਵੇ। ਚੱਲ ਤਾਂ ਵੀ ਕੀ ਹੈ, ਜੇ ਸੱਚਮੁੱਚ ਉਹਨਾਂ ਨੇ ਬ੍ਰਹਿਮੰਡ ਦਾ ਗੇੜਾ ਲਾਇਆ, ਅੱਜ ਸੁਮੇਰ ਪਰਬਤ ਤੇ ਆਏ ਨੇ, ਐਸੀ ਚਰਚਾ ਕਰਕੇ ਹਰਾ ਦਿਆਂਗਾ, ਮੈਂ ਜਿੱਤ ਜਾਵਾਂਗਾ, ਉਹ ਮੇਰੇ ਸੇਵਕ ਹੋ ਜਾਣਗੇ। ਮਨ ਵਿੱਚ ਇਹ ਲਾਲਚ ਲੈ ਕੇ ਗੋਰਖਨਾਥ ਤਿਆਰ ਹੋ ਗਏ। ਅਸ ਬਿਦ ਧਰ ਔਰ ਮਾਹੇ ਕੀਨ ਪਿਆਨਾ ਮੇਰ ਤੇ। ਭਰਤਰੀ ਨੂੰ ਆਦੇਸ਼ ਕਹਿ ਕੇ ਗੋਰਖਨਾਥ ਚੱਲ ਪਏ। ਇੱਕਦਮ ਅੰਤਰ ਧਿਆਨ ਹੋਏ, ਆਲੋਪ ਹੋ ਗਏ, ਉੜਦੇ ਆ ਰਹੇ ਨੇ। ਕਿਉਂਕਿ ਸਿੱਧਾਂ ਕੋਲ ਉੱਡਣ ਦੀਆਂ ਕਰਾਮਾਤਾਂ ਸੀ, ਪੰਛੀਆਂ ਵਾਂਗ ਉੜਦੇ ਸੀ, ਪਲਾਂ 'ਚ ਹੀ ਗਾਇਬ ਹੋ ਜਾਂਦੇ ਆ। ਹਿਮਾਲਿਆ ਦੇ ਪਰਬਤਾਂ ਦੇ ਵਿੱਚੋਂ ਜੋ ਉੱਚੀ ਚੋਟੀ ਮੰਨੀ ਜਾਂਦੀ ਹੈ ਸੁਮੇਰ, ਉਹਦੇ ਨੇੜੇ ਆ ਗਏ। ਕੈਲਾਸ਼ ਪਰਬਤ ਤੇ ਜਿੰਨੇ ਸਿੱਧ ਬੈਠੇ ਸੀ ਉਹਨਾਂ ਨੂੰ ਵੀ ਉਹਨੇ ਹੁਕਮ ਕੀਤਾ ਵੀ ਆਓ ਚੱਲੀਏ, ਤਪਾ ਜੀ ਆਏ ਨੇ ਨਾਨਕ ਜੀ। ਪਰ ਗੋਰਖਨਾਥ ਨੇ ਸਤਿਗੁਰਾਂ ਨੂੰ ਕਦੇ ਵੇਖਿਆ ਨਹੀਂ, ਕਦੇ ਮਿਲਿਆ ਨਹੀਂ। ਸਿਰਫ ਭਰਤਰੀ ਦੇ ਪਾਸੋਂ ਮਹਿਮਾ ਸੁਣੀ ਆ, ਸੁਣ ਕੇ ਬਰਦਾਸ਼ਤ ਵੀ ਨਾ ਹੋਇਆ। ਪਰ ਇੱਕ ਪਲੱਸ ਪੁਆਇੰਟ ਲੱਗਦਾ ਸੀ ਵੀ ਜੇ ਬਾਬਾ ਨਾਨਕ ਸਾਡੇ ਪੰਥ ਵਿੱਚ ਆ ਗਿਆ ਤੇ ਸਾਡੀ ਸਿੱਧਾਂ ਦੀ ਬੱਲੇ ਬੱਲੇ ਹੋ ਜੂ। ਝੁਕਾਉਣ ਵਾਸਤੇ, ਚਰਚਾ ਵਿੱਚ ਗੁਰਾਂ ਨੂੰ ਹਰਾਉਣ ਵਾਸਤੇ ਗੋਰਖਨਾਥ ਆਣ ਪੁੱਜੇ ਨੇ। ਉਤ ਗੋਰਖ ਜੋ ਕੀਨ ਗੁਰੂ ਕਥਾ ਇਤ ਕੀ ਸੁਣੋ। ਭਾਈ ਬਾਲਾ ਜੀ ਕਹਿੰਦੇ ਪਿਆਰਿਓ, ਆਪ ਜੀ ਨੇ ਇੱਥੋਂ ਤੱਕ ਸੁਣਿਆ ਗੋਰਖਨਾਥ ਦੀ ਕੀ ਤਿਆਰੀ ਹੈ, ਕਿਉਂਕਿ ਉਹ ਸੁਮੇਰ ਪਰਬਤ ਤੇ ਹਾਜ਼ਰ ਨਹੀਂ ਸੀ, ਕਿਤੇ ਹੋਰ ਸੀ। ਸਿੱਧਾਂ ਦਾ ਕੋਈ ਇੱਕ ਟਿਕਾਣਾ ਹੈ, ਕਦੇ ਕਿਤੇ ਕਦੇ ਕਿਤੇ, ਜਿੱਥੇ ਦਿਲ ਕਰਦਾ ਸੀ ਸਿੱਧਾਂ ਦੇ ਮੱਠਾਂ ਵਿੱਚ ਗੁਰੂ ਵਿਚਰਦਾ ਰਹਿੰਦਾ ਸੀ। ਗੋਰਖਨਾਥ ਨੂੰ ਪਤਾ ਲੱਗਿਆ ਵੀ ਮੇਰੀ ਸਿੱਧ ਮੰਡਲੀ ਨੂੰ ਮਿਲਣ ਵਾਸਤੇ ਬਾਬਾ ਗੁਰੂ ਨਾਨਕ ਸਾਹਿਬ ਆਏ ਆ। ਜਦੋਂ ਕਹਿੰਦੇ ਉਹ ਚੱਲ ਕੇ ਸੁਮੇਰ ਦੀ ਯਾਤਰਾ ਨੂੰ ਚੱਲ ਪਿਆ ਕੁਛ ਪਲਾਂ 'ਚ ਹੀ। ਭਾਈ ਬਾਲਾ ਕਹਿੰਦੇ ਆਓ ਮੈਂ ਤੁਹਾਨੂੰ ਸਤਿਗੁਰੂ ਪਿਆਰੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਮੇਰ ਦੀ ਸੁਣਾ ਦੇ। ਕਿਉਂਕਿ ਪਹਿਲਾਂ ਸੁਮੇਰ ਦੀ ਕਥਾ ਸੁਣਾ ਕੇ ਫਿਰ ਗੋਰਖਨਾਥ ਦੀ ਸੁਣਾਉਣਾ ਆਈ ਸੀ ਵੀ ਉੱਥੇ ਕੀ ਹੋ ਰਿਹਾ। ਹੁਣ ਉਧਰ ਦਾ ਉਹਨਾਂ ਨੇ ਕਾਰਜ ਦੱਸਿਆ ਵੀ ਇੱਧਰ ਤਿਆਰੀ ਪੂਰੀ ਹੈ ਹਰਾਉਣ ਦੀ ਚਰਚਾ ਦੇ ਵਿੱਚ। ਕਿਉਂਕਿ ਜਦੋਂ ਨਾ ਕੋਈ ਬੰਦਾ ਆਪਣੀ ਜ਼ੁਬਾਨੀ ਕਲਾਮੀ ਹਾਰ ਜੇ ਤੇ ਉਹਨੂੰ ਹਾਰਿਆ ਮੰਨੀਦਾ। ਲੱਖ ਕੋਈ ਜਿੱਤਦਾ ਹੋਵੇ, ਜਦੋਂ ਜ਼ੁਬਾਨ ਕਰਕੇ ਹਾਰ ਜੇ ਤੇ ਉਹ ਕਦੇ ਜਿੱਤ ਨਹੀਂ ਸਕਦਾ। ਤੇ ਸਿੱਧ ਕਰਦੇ ਸੀ ਚਰਚਾ, ਚਰਚਾ 'ਚ ਜਿਹੜਾ ਹਾਰ ਗਿਆ ਉਹਨੂੰ ਸਿੱਧ ਬਣਨਾ ਪੈਂਦਾ ਸੀ, ਰਾਜ ਭਾਗ ਛੱਡਣਾ ਪੈਂਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਸਭਨਾਂ ਦੇ ਦਿਲਾਂ ਦੀਆਂ ਜਾਣਨ ਵਾਲੇ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਲੈ ਕੇ ਜਦੋਂ ਬਿਲਕੁਲ ਸੁਮੇਰ ਦੇ ਕੋਲੇ ਆ ਗਏ, ਸਾਹਮਣੇ ਇੱਕ ਬਹੁਤ ਵੱਡੀ ਸਿਲਾ ਸੀ, ਪੱਥਰ, ਪਰ ਉਸ ਸਿਲਾ ਉੱਤੇ ਵੀ ਬਰਫ਼ ਜੰਮੀ ਹੋਈ ਹੈ, ਚਿੱਟੀ ਚਾਦਰ ਬਰਫ਼ ਦੀ। ਆਸੇ ਪਾਸੇ ਨਜ਼ਰ ਪੈਂਦੀ ਹੈ, ਗਮਨੇ ਪ੍ਰਭੂ ਪਰਬੀਨ ਜਿਨ ਬਾਣੀ ਤੇ ਸ਼ਾਂਤ ਹੈ। ਜਿਨ੍ਹਾਂ ਸਤਿਗੁਰਾਂ ਦੇ ਬਚਨਾਂ ਦੇ ਨਾਲ ਪਾਪੀਆਂ ਦੇ ਹਿਰਦੇ ਸ਼ਾਂਤ ਹੋ ਜਾਂਦੇ ਆ। ਤੇ ਫਿਰ ਸਿੱਧਾਂ ਦੀ ਕਮਾਈ ਕੱਢੀ ਹੋਣੀ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਆਪ ਮਿਲਣ ਚੱਲੇ। ਇਹ ਵੀ ਮੰਨਣਾ ਪੈਣਾ ਸਾਨੂੰ। ਅੱਜ ਸਾਡੇ ਪੰਥ 'ਚ ਸਾਡੇ ਕੋਲ ਸਿਰਫ ਨਿੰਦਿਆ ਹੈ, ਕੋਈ ਦੇਵਤਾ ਨਹੀਂ ਲੋਕ ਬਖਸ਼ਦੇ, ਕੋਈ ਸਿੱਧ ਪੀਰ ਪੁਰਸ਼ ਹੋਵੇ। ਬਾਣੀ ਤੇ ਲਿਖਦੀ ਹੈ ਸੁਣਿਆ ਸਿੱਧ ਪੀਰ ਸੁਰਨਾਥ। ਭਾਈ ਸਭ ਸੁਣਦੇ ਆ, ਸਭਨਾਂ ਦੀ ਉਹ ਸੁਣਦਾ ਹੈ।
ਸਭ ਸੁਣਨ ਵਾਲਿਆਂ ਚੋਂ ਨੇ। ਤੇ ਅਸੀਂ ਕਹਿੰਦੇ ਆ ਜੀ ਸਿੱਧ ਨਹੀਂ ਹੁੰਦੇ, ਫਲਾਣਾ ਨਹੀਂ ਹੁੰਦਾ, ਉਹ ਸਾਡੇ ਵਰਗੇ ਸੀ। ਨਾ ਭਾਈ ਨਾ, ਉਹ ਧੰਨ ਕੁਰਬਾਨੀਆਂ ਵਾਲੇ ਲੋਕ ਸਨ ਜਿਨ੍ਹਾਂ ਨੂੰ ਪਾਤਸ਼ਾਹ ਪਰਮੇਸ਼ਵਰ ਆਪ ਮਿਲਣ ਆਏ ਨੇ। ਰੱਬ ਕਿਹਦੇ ਕੋਲ ਆਉਂਦਾ ਜੀ? ਜਿਹਦੀ ਕਮਾਈ ਹੁੰਦੀ। ਸਾਡੇ ਕੋਲ ਨਹੀਂ ਆ ਜਾਂਦਾ। ਸਾਨੂੰ ਜ਼ਿੰਦਗੀਆਂ ਲੰਘੀਆਂ ਧਾਰਮਿਕ ਥਾਵਾਂ ਤੇ ਰਹਿੰਦਿਆਂ ਨੂੰ, ਲੰਘਦਿਆਂ ਨੂੰ ਕਦੇ ਮਿਲਿਆ ਰੱਬ? ਸੁਪਨੇ ਸਾਨੂੰ ਕਿਹੜੇ ਆਉਂਦੇ ਅੱਜ ਕੱਲ੍ਹ ਸੁਣ ਲਓ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਬੰਦਗੀ ਵਾਲਿਆਂ ਨੂੰ ਸੁਪਨੇ ਵੀ ਬੰਦਗੀ ਦੇ ਆਉਣਗੇ, ਭਗਤੀ ਦੇ ਆਉਣਗੇ। ਉਹ ਕਹਿੰਦੇ ਜਾਗਣ ਨਾਲੋਂ ਸੁਪਨਾ ਭਲਾ, ਵਸੀਐ ਪ੍ਰਭ ਕੈ ਸੰਗ। ਕਹਿੰਦੇ ਆ ਦੁਨੀਆ ਦੀ ਜਾਗ ਨਾਲੋਂ ਤੇ ਸੌਣਾ ਤੇ ਸੁਪਨਾ ਚੰਗਾ। ਰੱਬ ਦੇ ਕੋਲੇ ਤੇ ਬੈਠੇ ਆ ਨਾ ਉਹ ਸਿੱਧ ਜਿਹੜੇ ਅਜੇ ਹੰਕਾਰੇ ਹੋਏ, ਜਿਨ੍ਹਾਂ ਨੇ ਪੂਰਾ ਹਿੰਦੁਸਤਾਨ ਝੁਕਾ ਦਿੱਤਾ ਸੀ। ਸਨਾਤਨ ਮਤ ਤੋਂ ਵੱਧ ਸਿੱਧਾਂ ਦਾ ਬੋਲ ਬਾਲਾ ਸੀ ਇੱਥੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਸਾਵਧਾਨ ਰਹੀ, ਧਿਆਨ ਰੱਖੀ, ਇਹ ਚਲਾਕ ਬਹੁਤ ਨੇ, ਕਰਾਮਾਤਾਂ ਵਰਤਾਉਂਦੇ ਨੇ। ਛਪੈ ਪ੍ਰਸਥਾਨੇ ਗੁਣ ਖਾਨ, ਹਨਨ ਸਭ ਸਿੱਧ ਨ ਮਾਨਾ। ਫਿਰ ਭਾਈ ਮਰਦਾਨਾ ਪੁੱਛਦੇ ਆ ਪਾਤਸ਼ਾਹ ਆਪਾਂ ਇੱਥੇ ਕਿਉਂ ਆਏ ਸੁਮੇਰ ਤੇ? ਨਾਲ ਨਾਲ ਸਵਾਲ ਜਵਾਬ ਹੁੰਦੇ ਜਾਣ। ਫਿਰ ਜਵਾਬ ਗੁਰੂ ਸਾਹਿਬ ਨੇ ਨਹੀਂ ਦਿੱਤਾ। ਭਾਈ ਬਾਲਾ ਜੀ ਕਹਿੰਦੇ ਮੈਂ ਆਖਿਆ ਗੁਰੂ ਬਾਬਾ ਜੀ ਸਿੱਧਾਂ ਦਾ ਅਭਿਮਾਨ ਹੰਕਾਰ ਨਸ਼ਟ ਕਰਨੇ ਆਏ ਨੇ। ਤਰਸ ਕਰਦੇ ਨੇ ਉਹਨਾਂ ਤੇ ਵੀ ਇਹ ਵਿਚਾਰੇ ਭਗਤੀ ਕਰਕੇ ਹੰਕਾਰ ਕਰੀ ਫਿਰਦੇ ਨੇ, ਇਸ ਕਰਕੇ ਦੁਖੀ ਨੇ। ਜੇ ਤੁਹਾਡੇ ਕੋਲ ਕਰਾਮਾਤਾਂ ਨੇ ਫਿਰ ਕਿਹੜਾ ਤੁਸੀਂ ਰੱਬ ਬਣ ਗਏ? ਕੁਛ ਨਹੀਂ ਹੈ ਤੁਹਾਡੇ ਕੋਲ। ਬਾਣੀ ਦਾ ਸਿੱਧਾ ਫੈਸਲਾ ਹੈ ਰਿੱਧ ਸਿੱਧ ਸਭ ਮੋਹ ਹੈ। ਜਿਹੋ ਜੀ ਇੱਕ ਮਾਂ ਆਪਣੇ ਬੱਚਿਆਂ ਨੂੰ ਮੋਹ ਕਰਦੀ ਹੈ, ਜੇ ਸਾਧ ਸੰਤ ਬਣ ਕੇ, ਫਕੀਰ ਬਣ ਕੇ, ਭਗਤ ਬਣ ਕੇ ਨਾ ਰਿੱਧੀਆਂ ਸਿੱਧੀਆਂ ਦੇ ਦਿਖਾਵਿਆਂ 'ਚ ਰਹਿ ਗਿਆ ਫਿਰ ਰੱਬ ਨਹੀਂ ਮਿਲਣਾ। ਗੁਰੂ ਸਾਹਿਬ ਕਹਿੰਦੇ ਸਿਰਫ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਰੁਕ ਸਕਦਾ, ਉਹ ਦਿਖਾਵਿਆਂ ਦੇ ਵਿੱਚ ਨਹੀਂ। ਪਰ ਇਹਨਾਂ ਸਿੱਧਾਂ ਦੇ ਕੋਲ ਭਗਤੀ ਸੀ, ਭਗਤੀ ਕਰਕੇ ਹੰਕਾਰ ਕਰ ਲਿਆ। ਹੰਕਾਰ ਦੇ ਸਿਰ ਤੇ ਹਰ ਇੱਕ ਨੂੰ ਝੁਕਾਉਣਾ ਚਾਹੁੰਦੇ ਆ। ਗੁਰੂ ਬਾਬਾ ਜੀ ਕਹਿੰਦੇ ਭਾਈ ਆਪਾਂ ਤੇ ਵਿਚਾਰ ਕਰਨ ਚੱਲੇ ਆ। ਇਹ ਉਹ ਲੋਕ ਨੇ ਹਰ ਦੇਵਤੇ ਨੂੰ, ਹਰ ਅਵਤਾਰੀ ਪੁਰਸ਼ ਹਰ ਵੇਲੇ ਚੈਲੰਜ ਕਰਦੇ ਨੇ, ਸੱਦਾ ਦਿੰਦੇ ਨੇ ਸਾਡੇ ਨਾਲ ਬਹਿਸ ਕਰੋ। ਗਏ ਹਿਮਾਚਲ ਉਰਦ, ਦੇਖ ਬੋਲਿਓ ਮਰਦਾਨਾ। ਜਦੋਂ ਸੁਮੇਰ ਦੀ ਚੋਟੀ ਤੇ ਸਤਿਗੁਰ ਪਹੁੰਚੇ ਨਾ, ਭਾਈ ਮਰਦਾਨਾ ਇੱਕ ਥਾਂ ਰੁਕ ਕੇ ਆਲੇ ਦੁਆਲੇ ਵੇਖਦਾ, ਕਹਿੰਦਾ ਬਾਬਾ ਜੀ ਇੱਥੇ ਤੇ ਰੁੱਖ ਨਹੀਂ ਦਿਸਦਾ ਕੋਈ। ਦੂਰ ਦੂਰ ਤੱਕ ਚੋਟੀਆਂ ਏਦਾਂ ਦਿਸਦੀਆਂ ਜਿਵੇਂ ਸਿਰ ਤੇ ਟੋਪੀਆਂ ਪਾਈਆਂ ਹੋਣ, ਪਹਾੜਾਂ ਦੀਆਂ ਚੋਟੀਆਂ, ਵੱਡੇ ਵੱਡੇ ਪਰਬਤਾਂ ਦੀ ਸ਼੍ਰਿੰਖਲਾ। ਇਹ ਕਿਹੜੇ ਪਰਬਤ ਨੇ? ਹਿਮਾਲਿਆ ਦੀ ਸ਼੍ਰਿੰਖਲਾ ਹੈ। ਹਿਮਾਲਿਆ ਇੱਕ ਪਰਬਤਮਾਲਾ ਹੈ। ਇਹ ਇਕੱਲਾ ਹਿਮਾਲਿਆ ਸਾਡੇ ਪੰਜਾਬ ਜਾਂ ਭਾਰਤ ਵਿੱਚ ਥੋੜ੍ਹੀ ਹੈ। ਕਸ਼ਮੀਰ ਤੋਂ ਹੁੰਦਿਆਂ ਪਾਕਿਸਤਾਨ ਵਾਲੇ ਪਾਸੇ ਚਲੇ ਜਾਓ, ਗਿਲਗਿਤ ਦੀਆਂ ਪਹਾੜੀਆਂ, ਅਫਗਾਨ ਵਾਲੇ ਪਾਸੇ ਚਲੇ ਜਾਈਏ, ਤੂਰਾ ਪੂਰਾ ਦੇ ਜੰਗਲ, ਕੌਣ ਨੇ ਉਹ ਕੀ ਹੈ? ਉਹ ਸਭ ਇਹੀ ਪਹਾੜ ਹਿਮਾਲਿਆ ਦੇ, ਜਿਨ੍ਹਾਂ ਵਿੱਚ ਬਹੁਤ ਵੱਡੀ ਚੋਟੀ ਆਉਂਦੀ ਹੈ ਹਿੰਦੂ ਕੁਸ਼ ਪਹਾੜ, ਅਫਗਾਨ ਦੀ ਸੀਮਾ ਤੇ ਹਿਮਾਲਿਆ ਦੀਆਂ ਸ਼੍ਰਿੰਖਲਾ। ਪਰ ਜ਼ਿਆਦਾਤਰ ਹਿਮਾਲਿਆ 'ਚ ਬਰਫ਼ ਸਿਰਫ ਉੱਤਰਾਖੰਡ ਪਾਈ ਜਾਂਦੀ ਹੈ। ਜ਼ਿਆਦਾਤਰ ਉੱਚੀਆਂ ਚੋਟੀਆਂ ਤੇ ਨਾਲ ਤਿੱਬਤ ਪੈ ਜਾਂਦਾ ਹੈ, ਚਾਈਨਾ ਆ ਜਾਂਦਾ ਹੈ। ਇਹ ਜਿੰਨੇ ਇਲਾਕੇ ਨੇ ਸਾਰੇ ਉਹੀ ਸ਼੍ਰਿੰਖਲਾ ਦੇ ਇਲਾਕੇ ਨੇ। ਮਾਊਂਟ ਐਵਰੈਸਟ ਤੱਕ ਦੂਰ ਦੂਰ ਤੱਕ ਇਹੀ ਬਰਫ਼ ਦਿਸਦੀ ਹੈ, ਕਿਉਂਕਿ ਆਹ ਜਿਹੜਾ ਸੁਮੇਰ ਪਰਬਤ ਹੈ, ਕੈਲਾਸ਼ ਪਰਬਤ ਹੈ, ਇਹਦੇ ਬਿਲਕੁਲ ਕਰੀਬ ਪੈਂਦਾ ਮਾਨ ਸਰੋਵਰ ਝੀਲ, ਜਿਨ੍ਹਾਂ ਬਾਰੇ ਆਪ ਬਾਣੀ ਵਿੱਚ ਸੁਣਦੇ ਹੋ ਵੀ ਹੰਸ ਰਹਿੰਦੇ ਆ। ਚਲੋ ਅੱਜ ਦੇ ਸਮੇਂ 'ਚ ਤੇ ਨਹੀਂ, ਦੁਨੀਆ ਜਾਂਦੀ ਮਾਨ ਸਰੋਵਰ, ਪਰ ਉਸ ਮਾਨ ਸਰੋਵਰ ਤੇ ਖੜ ਕੇ ਇਹ ਚੋਟੀਆਂ ਨਜ਼ਰ ਆਉਂਦੀਆਂ ਨੇ। ਕਿਉਂਕਿ ਸਨਾਤਨ ਮਤ ਵਿੱਚ ਮੰਨਤਾ ਹੈ ਵੀ ਕੈਲਾਸ਼ ਪਰਬਤ ਦੇ ਉੱਤੇ ਸ਼ਿਵ ਦਾ ਚੌਂਕੜ ਹੈ। ਚਲੋ ਇੱਕ ਮੰਨਤਾ ਹੈ, ਵੇਖਿਆ ਤੇ ਕਿਸੇ ਨੇ, ਇੱਕ ਭਾਵਨਾ ਹੈ। ਇਸੇ ਤਰ੍ਹਾਂ ਸੁਮੇਰ ਪਰਬਤ ਤੇ ਸ਼ਿਵ ਦੇ ਪ੍ਰੇਮੀ ਗੂੜਖਨਾਥ ਬੈਠੇ ਸੀ, ਭਗਤੀ ਕਰਦੇ ਸੀ, ਆਰਾਧਨਾ ਕਰਦੇ ਸੀ ਉਹਦੀ। ਹੁਣ ਸਤਿਗੁਰੂ ਆਪ ਚੱਲੇ ਨੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਦੂਰ ਦੂਰ ਤੱਕ ਵੇਖਦਾ, ਮੈਨੂੰ ਪਹਾੜ ਹੀ ਪਹਾੜ, ਪਰਬਤ ਹੀ ਪਰਬਤ ਦਿਸਦੇ ਆ। ਪਹਾੜ ਤੇ ਪਰਬਤ ਦਾ ਫਰਕ ਹੁੰਦਾ। ਪਹਾੜੀ ਇਲਾਕਿਆਂ 'ਚ ਪਹਾੜ ਮਿਲਦੇ ਆ, ਪਰਬਤ ਉਹ ਹੁੰਦੇ ਉੱਚੀਆਂ ਚੋਟੀਆਂ ਜਿਨ੍ਹਾਂ ਤੇ ਹਰ ਵੇਲੇ ਬਰਫ਼ ਦੀਆਂ ਤਹਿਆਂ ਜੰਮੀਆਂ। ਪਰਬਤ ਕਿਹੜੇ ਆ?
उत्तराखंड ਦੇ ਹੇਮਕੁੰਟ ਸਾਹਿਬ ਆਪਾਂ ਜਾਂਦੇ ਆ ਨਾ, ਗੁਰੂ ਕਲਗੀਧਰ ਲਿਖਦੇ ਆ ਆਪਣੀ ਰਚਨਾ ਵਿੱਚ, ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ ਸਤ ਸਿੰਘ ਸੋਧ ਹੈ। ਉਹ ਪਰਬਤ ਨੇ, ਕਿਉਂਕਿ ਉੱਥੇ ਅੱਜ ਵੀ ਜਾਓਗੇ ਨਾ ਬਰਫਾਂ ਨਾਲ ਭਰੇ ਆ। ਜਦ ਵੀ ਸੰਗਤਾਂ ਜਾਂਦੀਆਂ ਨੇ ਯਾਤਰਾ ਦੇ ਸਮੇਂ ਗਲੇਸ਼ੀਅਰ ਹੁੰਦੇ ਆ, ਤੇ ਫਿਰ ਜਦੋਂ ਬੰਦ ਕੀਤਾ ਜਾਂਦਾ ਫਿਰ ਬਰਫ਼ ਸ਼ੁਰੂ ਹੋ ਜਾਂਦੀ ਹੈ। ਕੇਦਾਰਨਾਥ ਪਰਬਤਾਂ ਦੇ ਵਿੱਚ ਇਹ ਨੇੜੇ ਨੇੜੇ ਪੈ ਜਾਂਦੇ ਆ। ਹੁਣ ਕੇਦਾਰਨਾਥ ਮੰਦਿਰ ਤੋਂ ਖੜ ਕੇ ਵੇਖੀਏ, ਸੱਜੇ ਪਾਸੇ ਨਜ਼ਰ ਆਏਗਾ ਸੁਮੇਰ, ਜਿਹਨੂੰ ਸੁਮੇਰੂ ਕਹਿੰਦੇ ਆ। ਖੱਬੇ ਪਾਸੇ ਵੇਖੀਏ ਤੇ ਕੈਲਾਸ਼ ਦੀ ਚੋਟੀ ਨਜ਼ਰ ਆਉਂਦੀ ਹੈ। ਦੂਰੋਂ ਦੂਰੋਂ, ਨੇੜੇ ਨਹੀਂ ਹੈ, ਸਿਰਫ ਦਿਸਦੇ ਆ, ਕਿਉਂਕਿ ਪਰਬਤ ਬਹੁਤ ਦੂਰ ਤੋਂ ਦਿਸਦੇ ਆ ਪਰ ਨੇੜੇ ਨਹੀਂ ਹੁੰਦੇ। ਆ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਆਪਣੇ ਚੰਡੀਗੜ੍ਹ ਤੋਂ ਕਈ ਵਾਰ ਪਹਾੜ ਦੀਆਂ ਸ਼੍ਰਿੰਖਲਾ ਦਿਸਦੀਆਂ ਨੇ। ਹੁਣ ਜਾ ਕੇ ਵੇਖੋ ਕਾਲਕਾ ਕਿੰਨਾ ਕੁ ਨੇੜੇ ਹੈ, 1 ਘੰਟਾ ਲੱਗ ਜਾਂਦਾ ਹੈ। 30 40 50 ਕਿਲੋਮੀਟਰ ਇਹ ਪਹਾੜ ਸਾਡੇ ਤੋਂ ਦੂਰ ਪੈ ਜਾਂਦੇ, ਪਰ ਦਿਸਦੇ ਇਦਾਂ ਨੇ ਵੀ ਬਿਲਕੁਲ ਅੱਖਾਂ ਦੇ ਸਾਹਮਣੇ ਨੇ। ਹੁਣ ਇਸੇ ਤਰ੍ਹਾਂ ਪਰਬਤ ਨਜ਼ਰ ਆਉਂਦੇ ਆ। ਭਾਈ ਮਰਦਾਨਾ ਕਹਿੰਦਾ ਬਾਬਾ ਆਪਾਂ ਤੇ ਬਹੁਤ ਉੱਚੇ ਆ ਗਏ, ਬਾਕੀ ਪਰਬਤ ਤੇ ਪੈਰਾਂ 'ਚ ਦਿਸਦੇ ਆ। ਮਰਦ ਕਹਿੰਦੇ ਇਹ ਹਿਮਾਲਿਆ ਹੈ ਭਾਈ, ਹਿਮਾਲਿਆ। ਹਿਮਾਲਿਆ ਨਾ ਤੇ ਉੱਤਰਾਖੰਡ ਨੂੰ ਕਹਿੰਦੇ, ਨਾ ਹਿਮਾਚਲ ਨੂੰ ਕਹਿੰਦੇ, ਨਾ ਉੱਤਰਾਂਚਲ ਨੂੰ ਕਹਿੰਦੇ, ਨਾ ਪੂਰਵਾਂਚਲ ਨੂੰ ਕਹਿੰਦੇ, ਨਾ ਨੇਪਾਲ ਵਾਲੇ ਪਾਸੇ ਨੂੰ ਕਹਿੰਦੇ ਆ। ਹਿਮਾਲਿਆ ਇੱਕ ਪਰਬਤ ਦੀ ਸ਼੍ਰਿੰਖਲਾ ਹੈ ਜੋ ਇਸ ਪ੍ਰਿਥਵੀ ਦਾ ਧੁਰਾ ਮੰਨਿਆ ਜਾਂਦਾ ਹੈ, ਧੁਰਾ। ਇਸ ਕਰਕੇ ਇਹਨੂੰ ਹਿਮਾਲਿਆ ਕਹਿੰਦੇ ਆ, ਬਰਫ਼ ਦੇ ਪਹਾੜ। ਬੇਸ਼ੱਕ ਧਰਤੀ ਦਾ ਅੱਧਾ ਹਿੱਸਾ ਰੂਸ ਦਾ ਹੈ, ਰਸ਼ੀਆ ਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਕੰਟਰੀ ਰਸ਼ੀਆ ਹੈ, ਜਿੱਥੇ ਟਾਈਮ ਜ਼ੋਨ ਵੀ 1 ਨਹੀਂ 11 ਨੇ। ਪਰ ਉਹ ਧਰਤੀ ਜਾ ਕੇ ਵੇਖੋ ਬਰਫ਼ ਦੀਆਂ ਚਾਦਰਾਂ ਨਾਲ ਢਕੀ ਹੋਈ ਹੈ, ਪਰ ਉਹ ਧਰਤੀ ਦਾ ਧੁਰਾ ਨਹੀਂ। ਬੇਸ਼ੱਕ ਧਰਤੀ ਦਾ ਅੱਧਾ ਹਿੱਸਾ ਰਸ਼ੀਆ ਦਾ ਹੈ, ਏਡਾ ਵੱਡਾ ਦੇਸ਼ ਹੈ, ਪਰ ਫੇਰ ਵੀ ਜੇ ਵੇਖਿਆ ਜਾਏ ਧਰਤੀ ਦਾ ਧਰੁਵ ਹਿਮਾਲਿਆ ਹੈ, ਜਿਸ ਹਿਮਾਲਿਆ ਤੇ ਤਪਦੀ ਠਾਰ ਠੰਡ ਦੇ ਵਿੱਚ ਸਿੱਧ ਬੈਠੇ ਆ। ਇੱਥੇ ਸੰਸਾਰੀ ਬੰਦਾ ਉਹਨਾਂ ਸਮਿਆਂ 'ਚ ਨਹੀਂ ਸੀ ਜਾਂਦਾ। ਚਲੋ ਅੱਜ ਦੇ ਸਮੇਂ ਬੜੇ ਸਾਧਨ ਨੇ ਜਾਣ ਦੇ, ਬਹੁਤ ਕੁਛ ਹੈ, ਪਰ ਜਿਸ ਵੇਲੇ ਸਿੱਧ ਬੈਠੇ ਆ ਨਾ ਜੀ, ਕਿਸੇ ਦੀ ਕੀ ਔਕਾਤ ਸੀ ਕੋਈ ਜਿਉਂਦਾ ਬੰਦਾ ਹਿਮਾਲਿਆ ਦੀਆਂ ਚੋਟੀਆਂ ਤੇ ਚੜ੍ਹ ਜੇ, ਜਿੱਥੇ ਸੁਮੇਰ ਪਰਬਤ ਹੈ। ਦੇਵੀ ਦੇਵਤਿਆਂ ਤੋਂ ਬਿਨਾਂ ਕੋਈ ਨਹੀਂ ਸੀ ਜਾਂਦਾ। ਭਾਈ ਮਰਦਾਨਾ ਕਹਿੰਦਾ ਮਹਾਰਾਜ ਪੰਛੀ ਨਹੀਂ ਕੋਈ ਦਿਸਦਾ, ਪਸ਼ੂ ਨਹੀਂ ਦਿਸਦਾ, ਜੰਗਲ ਬਿਆਬਾਨ ਨਹੀਂ ਦਿਸਦਾ, ਕਿਤੇ ਫੁੱਲ ਪੌਦੇ ਨਜ਼ਰ ਨਹੀਂ ਆਉਂਦੇ, ਕਿਤੇ ਸੂਰਜ ਵੀ ਦਿਸਦਾ ਨਹੀਂ। ਸੇਤ ਹੀ ਸੇਤ ਸਥਾਨ ਜਹਾਂ ਕੈ ਸਰਬ ਦਿਸਾ ਵਹੇ। ਪਾਤਸ਼ਾਹ ਚਾਰੇ ਪਾਸੇ ਸੇਤ ਸੇਤ ਚਿੱਟਾ ਚਿੱਟਾ ਨਜ਼ਰੇ ਆਉਂਦਾ, ਜਿਵੇਂ ਦੁੱਧ ਦੀਆਂ ਨਦੀਆਂ ਵਗਦੀਆਂ ਹੋਣ, ਕਿਉਂਕਿ ਸੂਰਜ ਨਹੀਂ ਦਿਸਦਾ। ਜਿੰਨਾ ਪਹਾੜੀ ਖੇਤਰਾਂ ਵਿੱਚ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ ਨਾ, ਉੱਥੇ 12 ਮਹੀਨੇ 30 ਦਿਨ ਬਰਫ਼ ਰਹਿੰਦੀ ਹੈ। ਤੇ ਜਦੋਂ ਜਦੋਂ ਸੂਰਜ ਕਿਤੇ ਆਉਣ ਲੱਗ ਜੇ, ਚੜ੍ਹਨ ਲੱਗ ਜੇ, ਉਹਨਾਂ ਪਰਬਤਾਂ ਦੇ ਵਿੱਚ 6 ਮਹੀਨੇ ਬਰਫ਼ ਤੇ 6 ਮਹੀਨੇ ਨਾਰਮਲ ਵੈਦਰ ਹੁੰਦਾ, ਕਿਉਂਕਿ ਉਹ ਧੁੱਪ ਦੇ ਨਾਲ ਬਰਫ਼ ਪਿਘਲਦੀ ਹੈ, ਗਲੇਸ਼ੀਅਰ ਪਿਘਲਦੇ, ਨਦੀਆਂ ਚੱਲਦੀਆਂ ਨੇ। ਪਰ ਹੇਮਕੁੰਟ ਸਾਹਿਬ ਵਾਲੇ ਪਾਸੇ ਤੱਕ 6 ਮਹੀਨੇ ਤੱਕ ਬਰਫ਼ ਰਹਿੰਦੀ ਹੈ। ਪਰ ਸੁਮੇਰ ਦੀ ਚੋਟੀ ਉੱਚੀ ਇੰਨੀ ਹੈ, ਇੱਕ ਚੋਟੀ ਨੂੰ ਦੂਜੀ ਚੋਟੀ 'ਚ ਪਰਛਾਵਾਂ ਪੈਂਦਾ, ਸੂਰਜ ਨਜ਼ਰ ਨਹੀਂ ਆਉਂਦਾ। ਇਹੀ ਕਾਰਨ ਹੁੰਦਾ ਏ ਹਲਕਾ ਜਿਹਾ ਮੁੰਧੇਰਾ ਰਹਿੰਦਾ ਇਹਨਾਂ ਪਰਬਤਾਂ ਤੇ। ਇਹ ਅੱਖਾਂ ਦੀ ਪਹੁੰਚ ਤੋਂ ਦੂਰ ਹੁੰਦੇ ਆ, ਧੁੰਦਲੇ ਧੁੰਦਲੇ ਨਜ਼ਰ ਆਉਂਦੇ ਆ, ਹਰ ਪਾਸੇ ਬਰਫ਼ ਹੀ ਬਰਫ਼ ਹੈ। ਭਾਈ ਮਰਦਾਨਾ ਕਹਿੰਦਾ ਬਾਬਾ ਇੱਥੇ ਤੇ ਬਰਫ਼ ਬਹੁਤ ਹੈ, ਠੰਡਾ ਠਾਰ ਲੱਗਦਾ ਹੈ, ਠੰਡ ਲੱਗਦੀ ਹੈ, ਨਾ ਪੀਣ ਨੂੰ ਪਾਣੀ ਹੈ, ਨਾ ਛਕਣ ਨੂੰ ਇੱਥੇ ਭੋਜਨ ਹੈ। ਲਚਨਾ ਇਹ ਭਗਵੰਤ ਜਿਦੇ ਕਛ ਸਮਝ ਨਾ ਆਵਹਿ। ਭਾਈ ਬਾਲਾ ਕਹਿੰਦੇ ਫਿਰ ਮੈਂ ਵੀ ਕਿਹਾ, ਹੇ ਭਗਵੰਤ ਸੱਚੇ ਪਾਤਸ਼ਾਹ ਮਾਲਕ ਜੀਓ, ਮੈਨੂੰ ਇਹ ਰਚਨਾ ਸਮਝ ਨਹੀਂ ਆਈ ਵੀ ਸਿੱਧ ਜਿੱਥੇ ਚੌਂਕੜਾ ਲਾਈ ਬੈਠੇ ਆ, ਨਾ ਨਹਾਉਣ ਨੂੰ ਪਾਣੀ, ਨਾ ਪੀਣ ਨੂੰ ਪਾਣੀ, ਨਾ ਕੋਈ ਇੱਥੇ ਰਾਹ ਜਾਂਦਾ ਵੀ ਕੋਈ ਮੁਸ਼ਕਲ ਆ ਜੇ, ਸਰੀਰ ਢਿੱਲਾ ਮੱਠਾ ਹੋ ਜੇ, ਐਡਾ ਤਗੜਾ ਕੰਮ। ਆਪਾਂ ਜਿੰਨੇ ਮਰਜ਼ੀ ਚੰਗੇ ਹੋਈਏ, ਜਿੰਨੇ ਮਰਜ਼ੀ ਸਾਧੂ ਬਣ ਜਾਈਏ, ਪਰ ਬੰਦਾ ਕਹਿੰਦਾ ਮੈਂ ਉਹ ਸ਼ਹਿਰ 'ਚ ਘਰ ਲੈਣਾ ਜਿੱਥੇ ਹਸਪੀਟਲ ਨੇੜੇ ਹੋਵੇ, ਬੈਂਕ ATM ਨੇੜੇ ਹੋਵੇ, ਜਿੱਥੇ ਕਰਿਆਨਾ ਸਟੋਰ ਨੇੜੇ ਹੋਣ, ਮਤਲਬ ਹਰ ਗਰੋਸਰੀ ਹਰ ਚੀਜ਼ ਸਾਡੇ ਨੇੜੇ ਅਵੇਲੇਬਲ ਹੋਵੇ। ਇਹ ਦੇਖ ਲੈਂਦਾ। ਤੇ ਸਿੱਧ ਕਿੱਥੇ ਜਾ ਕੇ ਬੈਠਦੇ ਸੀ? ਜਿੱਥੇ ਕੋਈ ਲੋਕ ਨਾ ਹੋਣ,
ਪਾਣੀ ਨਾ ਪਹੁੰਚੇ, ਭੋਜਨ ਨਾ ਪਹੁੰਚੇ। ਬੰਦਗੀ ਵਾਲੀਆਂ ਰੂਹਾਂ ਅੱਜ ਵੀ ਜੰਗਲਾਂ ਵਿੱਚ ਬਹਿ ਕੇ ਤਾਪੇ ਸਲਈ ਕਰਦੀਆਂ ਨੇ ਵੀ ਦੁਨੀਆ ਤੋਂ ਦੂਰ ਰਹਿਣਾ। ਗੁਰੂ ਬਾਬਾ ਜੀ ਕਹਿੰਦੇ ਮਰਦਾਨਿਆ ਤੂੰ ਸੱਚ ਕਿਹਾ ਭਾਈ, ਇਹਨਾਂ ਚੋਟੀਆਂ ਤੇ ਅੱਜ ਤੱਕ ਆਪਣੇ ਤੋਂ ਬਗੈਰ ਤੇ ਸਿੱਧਾਂ ਤੋਂ ਬਿਨਾ ਕੋਈ ਵੀ ਪੁੱਜਿਆ ਨਹੀਂ। ਕਹੋ ਸਰਬ ਬਿਰਤੰਤ ਏ ਨਾਮ ਪਹਾੜ ਬਖਾਨ ਕਰ। ਭਾਈ ਮਰਦਾਨਾ ਕਹਿੰਦਾ ਬਾਬਾ ਜੀ ਫਿਰ ਮੈਨੂੰ ਇਹ ਦੱਸ ਦੋ ਵੀ ਉਹ ਸਾਹਮਣੇ ਉੱਚਾ ਜਿਹਾ ਪਹਾੜ ਦੱਸਦਾ ਉਹ ਕਿਹੜਾ ਹੈ। ਜਾਣਕਾਰੀ ਦੀ ਬੜੀ ਇੱਛਾ ਰੱਖਦੇ ਸੀ ਭਾਈ ਮਰਦਾਨਾ ਜੀ। ਉਹਨਾਂ ਨੂੰ ਪਤਾ ਵੀ ਗੁਰੂ ਸਾਹਿਬ ਦੱਸ ਦੇਣਗੇ ਤੇ ਆਪ ਪਰਮੇਸ਼ਰ ਨੇ ਸਭ ਕੁਝ ਤੇ ਇਹਨਾਂ ਦੇ ਸਾਜਿਆ ਹੋਇਆ। ਮਰਦ ਕਹਿੰਦੇ ਮਰਦਾਨਿਆ ਕਿਹੜੇ ਕਿਹੜੇ ਪਰਬਤ ਬਾਰੇ ਪੁੱਛਦਾ ਭਾਈ? ਇੱਥੇ ਸੈਂਕੜੇ ਪਰਬਤ ਨੇ। ਸੈਂਕੜੇ ਇੱਕ ਤਾਂ ਥੋੜੀ ਹੈ। ਲੇਹ ਲਦਾਖ ਵਾਲੇ ਪਾਸੇ ਤੋਂ ਸ਼ੁਰੂ ਹੋ ਜਾਓ, ਘੁੰਮਦੇ ਘੁੰਮਦੇ ਉਹਨਾਂ ਚੋਟੀਆਂ ਤੋਂ ਨੇਪਾਲ ਵਾਲੇ ਪਾਸੇ ਆ ਜਾਓ। ਪਰਬਤ ਦੀ ਸ਼੍ਰਿੰਖਲਾ ਏਦਾਂ ਲੱਗਦਾ ਵੀ ਅੱਧੀ ਧਰਤੀ ਹਿਮਾਲਿਆ ਦੇ ਪਹਾੜਾਂ ਨਾਲ ਭਰੀ ਪਈ ਹੈ। ਬਿਨਾਂ ਦਾ ਅੰਤ ਹੁੰਦਾ ਹੋਊਗਾ ਕਿਤੇ, ਕਿਤੇ ਤਿੱਬਤ, ਕਿਤੇ ਬਰਮਾ, ਕਿਤੇ ਚਾਈਨਾ, ਜਿੱਧਰ ਮਰਜੀ ਹੋ ਜਾਓ ਪਹਾੜ ਹੀ ਪਹਾੜ ਨਜ਼ਰ ਆਉਣਗੇ ਤੁਹਾਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਇਹ ਉਸ ਨਿਰੰਕਾਰ ਦੀਆਂ ਖੇਡਾਂ ਨੇ। ਇਸੇ ਧਰਤੀ ਤੇ ਉਹਨੇ ਬਰਫ ਹੀ ਬਰਫ ਕੀਤੀ ਹੋਈ ਹੈ ਤੇ ਇਸੇ ਧਰਤੀ ਤੇ ਵੱਡੇ ਵੱਡੇ ਰੇਗਿਸਤਾਨ। ਇਸੇ ਧਰਤੀ ਤੇ, ਇਹੀ ਧਰਤੀ ਤੇ ਪਾਣੀ ਦੇ ਸਮੁੰਦਰ ਚੱਲਦੇ ਨੇ। ਇਹੀ ਧਰਤੀ ਤੇ ਉਹ ਥਾਵਾਂ ਨੇ ਜਿੱਥੇ ਵੱਡੇ ਵੱਡੇ ਡੈਜ਼ਰਟ ਬਣੇ ਹੋਏ ਆ, ਮਾਰੂਥਲ ਹੈ, ਪਾਣੀ ਨਹੀਂ ਮਿਲਦਾ। ਪਰ ਕਦੇ ਵੇਖਿਆ ਵੀ ਉਹ ਕਸ਼ਮੀਰ ਦੀਆਂ ਠੰਡੀਆਂ ਹਵਾਵਾਂ ਸਾਡੇ ਤੱਕ ਆਉਂਦੀਆਂ ਹੋਣ? ਉਹ ਬਰਫ਼ ਪਿਘਲ ਗਈ ਹੋਵੇ, ਉੱਥੇ ਕਿਹੜਾ ਫਰਿੱਜ ਲੱਗਿਆ ਹੈ? ਇਹਨੂੰ ਕਹਿੰਦੇ ਨੇਚਰ, ਇਹ ਹੈ ਕੁਦਰਤ। ਉਹਨੇ ਆਪਣਾ ਸੈਟਅਪ ਆਪ ਬਣਾਇਆ ਹੋਇਆ ਹੈ। ਇਸੇ ਕਰਕੇ ਬਾਣੀ ਕਹਿੰਦੀ ਇਹ ਤਾਂ ਉਹ ਰਚਨ ਰਚਿਆ ਕਰਤਾਰ। ਇਹ ਕਰਤਾ ਪੁਰਖ ਹੀ ਕਰ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਇਹ ਉਸ ਨਿਰੰਕਾਰ ਰੱਬ ਪਰਮੇਸ਼ਰ ਦੀਆਂ ਖੇਡਾਂ ਨੇ। ਇਹ ਉਹੀ ਧਰਤੀ ਹੈ, ਉੱਤੇ ਬਰਫਾਂ ਜੰਮੀਆਂ ਨੇ, ਥੱਲੇ ਤੋਂ ਝਰਨੇ ਨਿਕਲਦੇ, ਉਬਲਦੇ ਪਾਣੀ, ਸਲਫਰ ਨਿਕਲ ਰਿਹਾ। ਕਿਵੇਂ? ਉਹਨਾਂ ਬਰਫ਼ ਦੇ ਪਹਾੜਾਂ ਤੇ ਹੇਠਾਂ ਤੋਂ ਲਾਵਾ ਨਿਕਲਦਾ, ਲਾਵਾ ਫਟਦਾ, ਸੈਂਕੜੇ ਸਾਲਾਂ ਤੋਂ ਫਟ ਰਹੇ ਨੇ ਲਾਵੇ, ਉਬਲ ਰਿਹਾ। ਦੁਨੀਆ ਦੀ ਕੋਈ ਚੀਜ਼ ਉਹ ਛੱਡਦਾ ਨਹੀਂ, ਜਿਹੜੀ ਚੀਜ਼ ਨੇੜੇ ਆ ਜੇ ਸਾੜ ਕੇ ਸਵਾਹ ਕਰ ਦਿੰਦਾ ਲਾਵਾ। ਪਰ ਉੱਪਰ ਕੀ ਆ ਪਹਾੜਾਂ ਤੇ? ਹਰ ਪਰਬਤ ਦੇ ਥੱਲੇ ਲਾਵਾ ਫੁੱਟਦਾ ਹੈ। ਹਰ ਪਰਬਤ ਦੇ ਥੱਲੇ ਹੇਠਾਂ ਅੱਗ ਹੈ, ਉੱਤੇ ਬਰਫ਼ ਹੈ। ਇਹ ਕੀ ਹੈ? ਕੁਦਰਤ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਇਹੀ ਕਾਰਨ ਹੈ ਮਰਦਾਨਿਆ, ਸਿੱਧ ਲੋਕ ਸਭ ਕੁਝ ਛੱਡ ਕੇ ਇੱਥੇ ਬੈਠੇ ਵੀ ਸਾਨੂੰ ਕੋਈ ਲੱਭ ਨਹੀਂ ਸਕਦਾ। ਇਸੇ ਕਰਕੇ ਕਿਹਾ ਜਾਂਦਾ ਹੈ ਬਰਫ਼ ਦੀ ਤਾਸੀਰ ਗਰਮ ਹੈ। ਆਪਾਂ ਠੰਡੀ ਮੰਨੀ ਜਾਂਦੇ ਹਾਂ। ਕਦੇ ਵੇਖਿਆ ਜਿਹੜੇ ਸਿਆਣੇ ਲੋਕ ਨੇ ਨਾ ਉਹ ਸਰਦੀ 'ਚ ਆਈਸਕ੍ਰੀਮ ਖਾਣਗੇ, ਕੁਲਫੀਆਂ ਖਾਣਗੇ। ਆਪਾਂ ਕਹਿੰਦੇ ਨਹੀਂ ਇਹ ਗਰਮੀ ਦਾ ਹੈ, ਪਰ ਗਰਮੀ 'ਚ ਬਰਫ਼ ਪੀਣ ਵਾਲਾ ਬੰਦਾ ਠੀਕ ਹੀ ਨਹੀਂ ਹੋ ਸਕਦਾ ਕਿਉਂਕਿ ਇਹਦੀ ਤਾਸੀਰ ਗਰਮ ਹੈ। ਪਰ ਸਰਦੀ 'ਚ ਬਰਫ਼ ਪੀਣ ਵਾਲੇ, ਬਰਫ਼ ਵਰਤਣ ਵਾਲੇ ਸਿਹਤਮੰਦ ਨੇ ਕਿਉਂਕਿ ਉਹਦੀ ਜ਼ਰੂਰਤ ਆ ਉਸ ਵੇਲੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਸੰਸਾਰੀ ਲੋਕਾਂ ਨੂੰ ਠੰਡ ਲੱਗਦੀ ਹੈ, ਸਿੱਧ ਨਿਰੰਕਾਰ ਨੂੰ ਮਿਲਣਾ ਚਾਹੁੰਦੇ ਆ, ਰੱਬ ਦੀ ਭਗਤੀ ਕਰਦੇ ਆ, ਇਹਨਾਂ ਲਈ ਬਰਫ਼ ਵਿੱਚ ਨਿੱਘ ਗਏ। ਇਹ ਵੀ ਸੱਚ ਹੈ। ਤੁਸੀਂ ਬਰਫ਼ਾਂ 'ਚ ਜਾਓਗੇ ਤੁਹਾਨੂੰ ਠੰਡ ਘੱਟ ਲੱਗੂਗੀ, ਜਿੰਨਾ ਮਰਜ਼ੀ ਮਾਈਨਸ ਹੋਵੇ, ਕਿਉਂਕਿ ਨਿੱਘ ਜਾ ਹੋਏਗਾ ਬਰਫ਼ ਦਾ। ਤੇ ਤੁਸੀਂ ਖੁੱਲੀਆਂ ਥਾਵਾਂ ਤੇ ਆ ਜਾਓ, ਨੇੜੇ ਕਿਤੇ ਪਹਾੜ ਹੋਣ, ਕਿਤੇ ਬਰਫ਼ ਦੇ ਗਲੇਸ਼ੀਅਰ ਹੋਣ, ਉਹ ਠੰਡੀਆਂ ਹਵਾਵਾਂ ਤੁਹਾਨੂੰ ਚੀਰ ਕੇ ਰੱਖ ਦੇਣਗੀਆਂ। ਪਰ ਬਰਫ਼ ਹਮੇਸ਼ਾ ਨਿੱਘ ਪ੍ਰਦਾਨ ਕਰਦੀ ਹੈ, ਬਹੁਤੀ ਜ਼ਿਆਦਾ ਠੰਡੀ ਨਹੀਂ ਹੁੰਦੀ। ਹੈ ਤੇ ਠੰਡੀ ਹੋਈ ਹੈ ਪਰ ਇੰਨੀ ਠੰਡ ਨਹੀਂ ਉੱਥੇ ਜਾ ਕੇ ਲੱਗਦੀ ਜਿੰਨੀ ਹੋਣੀ ਚਾਹੀਦੀ ਹੈ ਬਰਫ਼ ਵਿੱਚ ਜਾ ਕੇ। ਗੁਰੂ ਸਾਹਿਬ ਕਹਿੰਦੇ ਇਹ ਬਿਨਾਂ ਕੱਪੜਿਆਂ ਤੋਂ ਹੀ ਬੈਠੇ ਰਹਿੰਦੇ ਆ। ਹੈ ਤੇ ਹੱਠ ਯੋਗ ਆ ਨਾ, ਅੱਜ ਵੀ ਕਰ ਸਕਦਾ ਹੈ ਕੋਈ, ਪਰ ਹੱਠ ਕੀਤਾ ਇਹਨਾਂ ਨੇ ਰੱਬ ਨੂੰ ਮਿਲਣ ਦਾ, ਉਹ ਮਿਲਿਆ ਹੀ ਨਹੀਂ। ਮਰਦ ਬੜਾ ਕੁਝ ਸਮਝਾਉਂਦੇ ਆ ਮਰਦਾਨਿਆ, ਇੱਥੇ ਦੇਵੀ ਦੇਵਤੇ ਵੀ ਆਏ, ਗਲਦੇ ਰਹੇ, ਛੇਤੀ ਕੋਈ ਪੁੱਜਿਆ ਨਾ। ਨਿਜ ਸਰਉਨਨ ਮੈਂ ਸੁਣ ਬੈਨ ਕੋ, ਬੋਲੇ ਮੁਖ ਤੇ ਜਗਤ ਗੁਰ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੇ ਹਰ ਸਵਾਲ ਦਾ ਜਵਾਬ ਦਿੰਦੇ ਆ, ਰੁਕ ਜਾਂਦੇ ਆ, ਖੜ ਜਾਂਦੇ ਆ, ਸਮਝਾਉਂਦੇ ਆ। ਪਰ ਇੱਕ ਇੱਕ ਗੱਲ ਬਾਬਾ ਜੀ ਦੱਸਦੇ ਆ, ਕਹਿੰਦੇ ਤੇ ਉਹ ਥਾਵਾਂ ਨੇ ਜਿੱਥੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਗਲ ਗਏ ਸਰੀਰਾਂ ਦੇ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਕੌਣ ਸੀ? ਮਰਦ ਕਹਿੰਦੇ ਪਾਂਡਵ। ਇਹਨਾਂ ਬਰਫਾਂ ਦੇ ਵਿੱਚ ਗੁਰੂ ਸਾਹਿਬ ਇਸ਼ਾਰਾ ਕਰਦੇ, ਗੁਰੂ ਕਲਗੀਧਰ ਜੀ ਕਹਿੰਦੇ ਪੰਡ ਰਾਜ ਜਹ ਯੋਗ ਕਮਾਵਾ। ਪਹਿਲਾਂ ਸੁਮੇਰ ਪਰਬਤ ਤੇ ਚੜੇ ਸੀ ਪਾਂਡਵ, ਉੱਥੋਂ ਭੱਜ ਆਏ, ਫਿਰ ਉਹ ਜਾ ਬੈਠੇ ਹੇਮਕੁੰਡ ਸਾਹਿਬ ਦੇ ਪਰਬਤਾਂ ਤੇ,
ਲੁਕੇ ਰਹੇ, ਜ਼ਿੰਦਗੀ ਬਸਰ ਕਰਦੇ ਸੀ। दोहरा नाम हिमालय सैल को बोहर सेत जो देख परी बर्फ सो जम रहे सीतह करब सेख। ਗੁਰੂ ਸਾਹਿਬ ਆਖਣ ਲੱਗੇ, ਮਰਦਾਨਿਆ ਇਹ ਹਿਮਾਲਿਆ ਦੇ ਪਰਬਤ ਨੇ, ਇਹਨਾਂ ਤੇ ਸਦਾ ਹੀ ਬਰਫਾਂ ਜਮੀਆਂ ਰਹਿੰਦੀਆਂ ਨੇ। ਗੁਰੂ ਸਾਹਿਬ ਤੇ ਤੋਂ ਅੱਗੇ ਵੀ ਗਏ ਆ, ਸਿੱਕਮ ਦੀਆਂ ਥਾਵਾਂ ਜਿੱਥੇ ਗੁਰਦੁਆਰਾ ਡਾਂਗਮਾਰ ਸਾਹਿਬ ਹੈ, ਸਾਰਾ ਕਿਤੇ ਬਰਫ ਹੀ ਬਰਫ ਜਮੀ ਹੈ। ਜਿੱਥੇ ਗੁਰੂ ਬਾਬਾ ਜੀ ਨੇ ਸੋਟਾ ਮਾਰ ਦਿੱਤਾ, ਅੱਜ ਵੀ ਸਦੀਆਂ ਹੋ ਗਈਆਂ, ਉਹ ਝੀਲ ਨਹੀਂ ਜਮੀ। ਵਿਗਿਆਨ ਸਾਇੰਸ ਹਾਰ ਜਾਂਦੀ ਆ ਕਿ ਹਰ ਪਾਸੇ ਬਰਫ ਹੀ ਬਰਫ ਹੈ। ਜਿੱਥੇ ਗੁਰੂ ਸਾਹਿਬ ਨੇ ਸੋਟਾ ਮਾਰ ਕੇ ਪਾਣੀ ਪ੍ਰਗਟ ਕਰਤਾ ਨਾ, ਉਹ ਪਾਣੀ ਅੱਜ ਵੀ ਫਰਿੱਜ ਚ ਰੱਖ ਕੇ ਵੇਖੋ ਜਾਂਦਾ ਹੀ ਨਹੀਂ। ਆਖੋ ਸਤਿਨਾਮ। ਕੀ ਕਰੂ ਵਿਗਿਆਨ? ਕਿੱਡੇ ਵੱਡੇ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਮਰਜਾਪ ਪਰਮੇਸ਼ਵਰ ਨੇ। ਆਪਾਂ ਤੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਉਹਨਾਂ ਦੀ ਕਥਾ ਸੁਣਨ ਦਾ ਮੌਕਾ ਮਿਲਦਾ, ਜਿਨ੍ਹਾਂ ਨੂੰ ਸੁਭਾਗ ਮਿਲਿਆ, ਜਿਨ੍ਹਾਂ ਨੂੰ ਸਿੱਖੀ ਦੇ ਘਰਾਂ 'ਚ ਜਨਮ ਮਿਲਿਆ। ਕਿੱਡੇ ਵੱਡੇ ਭਾਗ। ਸਤਿਗੁਰ ਕਹਿੰਦੇ, ਮਰਦਾਨਿਆ ਸਿੱਧ ਤੇਰੇ ਬਰਾਬਰ ਨਹੀਂ, ਇਹ ਵੀ ਹਿਮਾਲਿਆ ਤੇ ਪਹੁੰਚੇ ਆ, ਤੇ ਮਰਦਾਨਿਆ ਤੂੰ ਵੀ ਤੁਰਿਆ ਫਿਰਦਾ। ਆਖੋ ਸਤਿਨਾਮ। ਕੀ ਭਾਈ ਮਰਦਾਨਾ ਸਿੱਧਾਂ ਤੋਂ ਛੋਟਾ ਹੈ? ਬਿਲਕੁਲ ਨਹੀਂ, ਬਿਲਕੁਲ ਵੀ ਅੰਡਰ ਐਸਟੀਮੇਟ ਨਹੀਂ ਕਰ ਸਕਦੇ ਅਸੀਂ। ਉਹ ਧੰਨ ਹਨ, ਮਹਾਂਪੁਰਖ ਹਨ, ਜੋ ਨਾ ਥਾਵਾਂ ਤੇ ਚਲੇ ਗਏ। ਕਹਿੰਦੇ ਗੋਰਖ ਨਾ ਦੂਰੋਂ ਇਹ ਦ੍ਰਿਸ਼ ਵੇਖੀ ਜਾਵੇ ਖੜਿਆ ਵੀ ਆਹ ਤਿੰਨ ਰੂਹਾਂ ਨੇ ਇੱਥੇ ਕਿਵੇਂ ਆ ਗਈਆਂ? ਇੱਥੇ ਤੇ ਕੋਈ ਸੰਸਾਰੀ ਬੰਦਾ ਪਹੁੰਚ ਹੀ ਨਹੀਂ ਸਕਦਾ, ਅੰਦਰੋਂ ਅੰਦਰ ਸੜੀ ਜਾਂਦਾ ਏ। ਸਵਈਆ ਪਾਂਡਵ ਆਨ ਗਰੇ ਸਮੈ ਖਗ ਜਾਵਤ ਜਾਂ ਪਰ ਸੋਗਰ ਜਾਏ। ਗੁਰੂ ਨਾਨਕ ਸਾਹਿਬ ਮਰਦ ਕਹਿੰਦੇ, ਮਰਦਾਨਿਆਂ ਤੈਨੂੰ ਪਤਾ ਹੈ ਕਿ ਉਹ ਥਾਂ ਤੇ ਖੜੇ ਆ ਆਪਾਂ ਜਿੱਥੇ ਉੜਦਾ ਪੰਛੀ ਜੰਮ ਜਾਂਦਾ ਹੈ। ਅੱਜ ਵੀ ਪਰਬਤਾਂ ਦੀਆਂ ਸ਼੍ਰਿੰਖਲਾ ਦੇ ਵਿੱਚ ਐਸੀਆਂ ਥਾਵਾਂ ਨੇ, ਸਾਈਬੇਰੀਆ ਇੱਕ ਇਹੋ ਜਿਹਾ ਇਲਾਕਾ ਹੈ ਰਸ਼ੀਆ ਦਾ, ਪੰਛੀ ਜੇ ਉਡਾਰੀ ਭਰਦਾ ਤੇ ਉੱਥੇ ਹੀ ਬਰਫ਼ ਬਣ ਜਾਂਦਾ ਹੈ। ਇੱਕ ਵਾਰ ਸਮਾਂ ਐਸਾ ਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਇੱਥੇ ਪੰਛੀ ਜੰਮ ਜਾਂਦੇ ਆ ਭਾਈ। ਕਿੰਨੀ ਸਪੀਡ ਹੋਣੀ ਠੰਡ ਦੀ ਉੱਥੇ। ਪਾਣੀ ਡਿੱਗਦਾ ਝਰਨਿਆਂ ਤੋਂ ਅੱਜ ਵੀ ਜੰਮਿਆ ਹੋਇਆ। ਤੁਸੀਂ ਹੇਮਕੁੰਟ ਸਾਹਿਬ ਤੋਂ ਉੱਪਰ ਜਾ ਕੇ ਵੇਖੋ, ਵੱਡਾ ਝਰਨਾ ਡਿੱਗਦਾ ਹੀ ਬਰਫ਼, ਮਤਲਬ ਡਿੱਗਦਾ ਜੰਮਿਆ, ਤੇ ਕਿੰਨੀ ਫਾਸਟ ਕੂਲਿੰਗ ਹੋਣੀ। ਮਹਾਰਾਜ ਕਹਿੰਦੇ ਇੱਥੇ ਨਾ ਪਾਂਡਵ ਆ ਗਏ, 5 ਭਰਾਵਾਂ ਦੇ ਵਿੱਚ 4 ਗਲ ਗਏ ਯੁਧਿਸ਼ਟਰ ਤੇ, ਦ੍ਰੋਪਦੀ ਦੇ ਭਰਾ ਮੰਨੇ ਜਾਂਦੇ। ਕਹਿੰਦੇ ਉਹ 4 ਇੱਥੇ ਜਿਉਂਦੇ ਹੀ ਮਰ ਗਏ। ਇੱਕ ਬਚਿਆ ਯੁਧਿਸ਼ਟਰ, ਧਰਮਰਾਜ ਦਾ ਪੁੱਤਰ। ਕਹਿੰਦੇ ਇੱਥੋਂ ਸਣੇ ਕੁੱਤੇ ਦੇ ਉਹ ਸਵਰਗ ਗਿਆ। ਸਨਾਤਨ ਮਤ ਕਹਿੰਦਾ ਉਹ ਇਹੀ ਪਹਾੜ ਸੀ ਸਵੇਰ। ਅੱਜ ਵੀ ਲੋਕ ਜਾਂਦੇ ਆ ਸਮੇਰ ਪਰਬਤ ਦੇ ਦੂਰੋਂ ਦਰਸ਼ਨ ਕਰਦੇ ਆ। ਕਹਿੰਦੇ ਜੀ ਪਾਂਡਵ ਇੱਥੋਂ ਸਿੱਧੇ ਸਵਰਗ ਗਏ, 4 ਤੇ ਮਰ ਗਏ। ਠੰਡ ਹੀ ਨਹੀਂ ਸਹਾਰ ਸਕੇ, ਸਾਹ ਹੀ ਨਹੀਂ ਆਇਆ। ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਆ, ਕਹਿੰਦੇ ਭਾਈ ਉਹਨਾਂ ਚੋਂ ਸਿਰਫ ਇੱਕ ਯੁਧਿਸ਼ਟਰ ਬਚਿਆ, ਕਿਉਂਕਿ ਉਹ ਧਰਮੀ ਬੰਦਾ ਸੀ, ਭਗਤ ਆਦਮੀ ਸੀ, ਰੱਬ ਤੇ ਭਰੋਸਾ ਕਰਦਾ ਸੀ। ਏਕ ਬਚਿਓ ਧਰਮ ਰਾਏ ਕੋ ਤਾਤ ਨਾ ਆਇਓ ਤੈ ਸੁਰ ਲੋਕ ਸਿਧਾਏ। ਪਰ ਉਹਨੂੰ ਵੀ ਇੱਥੋਂ ਜਾਣਾ ਪਿਆ ਯੁਧਿਸ਼ਟਰ ਨੂੰ, ਸੁਰਲੋਕ ਸਵਰਗ ਲੋਕ। ਠੰਡ ਹੀ ਇੰਨੀ ਸੀ। ਸਨਾਤਨ ਮਤ ਚ ਮੰਨਿਆ ਜਾਂਦਾ ਹੈ ਵੀ ਕੈਲਾਸ਼ ਅਤੇ ਸੁਮੇਰ ਪਰਬਤ ਆ ਨਾ ਜਿਹੜਾ, ਇਹ ਸਵਰਗ ਦੀਆਂ ਪੌੜੀਆਂ ਨੇ। ਦੇਖੋ ਬੜਾ ਕੁਝ ਮੰਨਿਆ ਜਾਂਦਾ, ਪਰ ਗੁਰਬਾਣੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੀ, ਕਿਸੇ ਧਰਮ ਦੀ ਮਿੱਥ ਹੈ। ਪਰ ਉਹਨੂੰ ਨਾਲ ਸੁਣਾਈ ਹੈ ਵੀ ਜਿੱਥੇ ਗੁਰੂ ਸਾਹਿਬ ਜਾ ਰਹੇ ਆ ਉੱਥੇ ਕਿਉਂ ਬੈਠੇ ਸਿੱਧ ਕੋਈ ਦਿਮਾਗ ਥੋੜੀ ਖਰਾਬ ਉਹਨਾਂ ਦਾ। ਇੰਨਾ ਕੁਝ ਛੱਡ ਕੇ ਰਾਜੇ ਮਹਾਰਾਜਿਆਂ ਦੇ ਰਾਜ ਉਹ ਬਰਫਾਂ 'ਚ ਗਲਦੇ ਫਿਰਦੇ ਆ। ਅਗਲਿਆਂ ਦੇ ਧਰਮ ਦੇ ਮੁਤਾਬਕ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਵੱਡ ਵਡੇਰਿਆਂ ਇੱਥੇ ਤਪ ਕੀਤਾ, ਅਸੀਂ ਵੀ ਕਰਾਂਗੇ। ਇਹਦੇ ਆਪਣੇ 'ਚ ਵੀ ਹੈ ਨਾ ਵੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਵੀ ਜਿੱਥੇ ਜਿੱਥੇ ਮੇਰੇ ਸਤਿਗੁਰੂ ਗਏ ਆ, ਜਿੱਥੇ ਮਹਾਰਾਜ ਨੇ ਚਰਨ ਪਾਏ ਨੇ, ਸਾਡੀ ਭਾਵਨਾ ਹੁੰਦੀ ਅਸੀਂ ਉੱਥੇ ਮੱਥਾ ਟੇਕ ਕੇ ਆਈਏ, ਬਹਿ ਕੇ ਆਈਏ, ਹਾਜ਼ਰੀ ਭਰ ਕੇ ਆਈਏ। ਸਿੱਧ ਕਹਿੰਦੇ ਸੀ ਜਿੱਥੇ ਰੱਬ ਰਤੀਆਂ ਰੂਹਾਂ ਬੈਠੀਆਂ ਉੱਥੇ ਅਸੀਂ ਵੀ ਬੈਠੇ। ਹੈ ਤੇ ਪ੍ਰੇਮ ਹੀ ਅੰਦਰ, ਪਰ ਹੰਕਾਰੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਇਹ ਸਾਰੇ ਬਚਨ ਦੱਸੇ। ਭਾਈ ਮਰਦਾਨਾ ਕਹਿੰਦਾ ਬਾਬਾ ਧੰਨ ਹੋ, ਲੈ ਕੇ ਵੀ ਆਇਓ, ਸਾਰੀ ਜਾਣਕਾਰੀ ਵੀ ਦਿੰਦੇ ਹੋ। ਸ੍ਰੀ ਕਰ ਧਾਰ ਦਿਆ ਤੁਝ ਪੈ
ਤਨ ਖੇਦ ਨਹੀਂ ਇਹ ਠੋਰ ਦਿਖਾਏ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਵੇਖ ਤੇਰੇ ਤੇ ਨਿਰੰਕਾਰ ਪਰਮੇਸ਼ਰ ਦੀ ਕਿੱਡੀ ਕਿਰਪਾ ਹੈ। ਕਹਿੰਦੇ ਬਾਬਾ ਜੀ ਕਿਵੇਂ? ਮਰਦ ਕਹਿੰਦੇ ਇਸ ਹਵਾ 'ਚ ਉੱਡਣ ਵਾਲਾ ਪੰਛੀ ਜੰਮ ਜਾਂਦਾ ਹੈ ਕਿਉਂਕਿ ਬਰਫ਼ ਹੈ, ਬੱਦਲ ਵੀ ਹੇਠਾਂ ਰਹਿ ਜਾਂਦੇ ਆ। ਪਰ ਮਰਦਾਨਿਆ ਤੂੰ ਤੇ ਬਾਲਾ ਰੱਬ ਦੀ ਕਿਰਪਾ ਨਾਲ ਤੰਦਰੁਸਤ ਏਦਾਂ ਤੁਰੇ ਫਿਰਦੇ ਹੋ ਜਿਵੇਂ ਧਰਤੀ ਤੇ ਵਿਚਰਦੇ। ਆਖੋ ਸਤਿਨਾਮ। ਗੁਰੂ ਸਾਹਿਬ ਨੇ ਵੀ ਕਿਹਾ ਇਹ ਰੱਬ ਦੀ ਰਜ਼ਾ ਤੋਂ ਬਿਨਾ ਕਦੇ ਵੀ ਹੋ ਨਹੀਂ ਸਕਦਾ। ਆਗੇ ਚਲੇ ਸਿਰ ਧਾਰ ਪਹਾੜ, ਬਿਲੋਕਤ ਤਾਹੀ ਕੋ ਬਾਨੀ ਆਲਾਏ। ਸੁਮੇਰ ਪਰਬਤ ਵੇਖਿਆ ਭਾਈ ਮਰਦਾਨਾ ਕਹਿੰਦਾ ਬਾਬਾ ਜੀ ਉਹ ਸਾਹਮਣੇ ਜਿਹੜਾ ਪਹਾੜ ਹੈ ਤੋਂ ਅੱਗੇ ਉੱਥੇ ਨਾ ਚੱਲੀਏ। ਹੱਸਦੇ ਮੱਚ ਕਹਿੰਦੇ ਮਰਦਾਨਿਆ ਜਿਹੜੇ ਕਾਰਜ ਆਪਾਂ ਆਏ ਆ ਪਹਿਲਾਂ ਉਹ ਤੇ ਕਰ ਲਈਏ। ਕਹਿੰਦੇ ਬਾਬਾ ਉਹ ਪਰਬਤ ਦਾ ਨਾਂ ਕੀ ਹੈ? ਗੁਰੂ ਸਾਹਿਬ ਕਹਿੰਦੇ ਸਾਰੇ ਪਰਬਤਾਂ ਤੋਂ ਉੱਚੀ ਚੋਟੀ ਹੈ ਉਹਦਾ ਨਾਮ ਹੈ ਸਰਦਾਰ। ਜਿਵੇਂ ਸਰਦਾਰ ਸ਼ਬਦ ਆ ਨਾ, ਸਾਨੂੰ ਤੇ ਸਰਦਾਰਾਂ ਦੀ ਕਦਰ ਹੀ ਕੋਈ ਨਹੀਂ। ਸਰਦਾਰ ਕਿਹਨੂੰ ਕਹਿੰਦੇ ਆ? ਜਿਹੜਾ ਸਾਰਿਆਂ ਤੋਂ ਉੱਚਾ, ਕਿਉਂਕਿ ਸਰਦਾਰ ਸ਼ਬਦ ਕਹਿੰਦੇ ਦੇਵ ਦਾ ਰੁੱਖ ਨੂੰ ਜੋ ਪਹਾੜ ਦੀਆਂ ਚੋਟੀਆਂ ਤੇ ਉੱਚਾ ਪਾਇਆ ਜਾਂਦਾ ਹੈ। ਦੁਨੀਆ ਦੀਆਂ ਕੌਮਾਂ ਤੋਂ ਮਹਾਨ ਕੌਮ ਸਰਦਾਰ ਇਸ ਲਈ ਹੈ ਕਿਉਂਕਿ ਹਰ ਕੌਮ ਇਹਦੇ ਜਜ਼ਬੇ ਨੂੰ ਸਲਾਮ ਕਰਦੀ ਆ। ਆਖੋ ਸਤਿਨਾਮ। ਇਹਨਾਂ ਕੋਲ ਸਰਦਾਰੀ ਹੈ, ਇਹਨਾਂ ਦੇ ਸਿਰ ਤੇ ਸੁਨਹਿਰੀ ਪਗੜੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਰਦਾਰ ਪਰਬਤ ਹੈ ਮਰਦਾਨਿਆ, ਉਹ ਦੂਰ ਹੈ। ਅੱਜ ਸਰਦਾਰ ਦੀ ਚੋਟੀ ਹੈ ਨਾ ਜਿਹੜੀ ਚਾਈਨਾ ਦੇ ਵਿੱਚ ਪੈਂਦੀ ਹੈ, ਇਹਦੇ ਨਾਲ ਬਿਲਕੁਲ ਹਥਨੀ ਪਰਬਤ ਹੈ ਜੋ ਹੇਮਕੁੰਡ ਸਾਹਿਬ ਦੀ ਤੀਜੀ ਚੋਟੀ ਤੋਂ ਨਜ਼ਰ ਆਉਂਦਾ ਹੈ। ਇਹ ਜਿੰਨੇ ਵੀ ਪਰਬਤ ਨੇ ਹਿਮਾਲਿਆ ਦੀਆਂ ਸ਼੍ਰਿੰਖਲਾ ਨੇ, ਉੱਚੀਆਂ ਚੋਟੀਆਂ, ਬਾਰਡਰ ਲੱਗ ਜਾਂਦੇ ਆ ਨਾਲ ਚਾਈਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਆ ਚੱਲੀਏ ਫਿਰ ਅੱਗੇ ਮਰਦ ਨਾਲ ਇੱਕ ਸਿਲਾ ਤੇ ਬਹਿ ਗਏ। ਹੁਣ ਗੁਰੂ ਸਾਹਿਬ ਭਾਈ ਮਰਦਾਨਾ ਭਾਈ ਬਾਲਾ ਇਹਨਾਂ ਦੇ ਹੋ ਰਹੇ ਬਚਨ ਗੋਰਖਨਾਥ ਸੁਣ ਰਹੇ। ਕਿੱਥੇ ਆ? ਨਜ਼ਰਾਂ ਸਾਹਮਣੇ ਨਹੀਂ ਆ ਰਿਹਾ, ਇਨਵਿਜ਼ੀਬਲ ਹੋ ਕੇ ਬੈਠੇ, ਬੜੇ ਧਿਆਨ ਨਾਲ ਸੁਣਦਾ ਹੈ ਵੀ ਗੱਲਾਂ ਰੱਬ ਦੀਆਂ ਕਰਦੇ ਆ। ਇਹ ਕਹਿੰਦੇ ਨਹੀਂ ਮੈਂ ਐਂ ਕੀਤਾ ਮੈਂ ਉਹ ਕੀਤਾ। ਆਪਾਂ ਕੁਛ ਕਰੀਏ ਦਿਖਾਈ ਦਾ ਨਾ, ਕਿਤੇ ਮਾੜਾ ਜਿਹਾ ਗੁਰਦੁਆਰੇ ਮੱਥਾ ਟੇਕ ਆਈਏ, ਫੋਟੋ ਪਾ ਦਈਦੀ ਆ ਵੀ ਲੈ ਅੱਜ ਮੈਂ ਫਲਾਣੀ ਥਾਂ ਤੇ ਆ ਗਿਆ, ਬਸ ਮੈਂ ਹੀ ਆਇਆ। ਹੁੰਦਾ ਨਾ ਕੀ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਦਿਖਾਵਾ ਕੀਤਾ? ਉਹ ਕਹਿੰਦੇ ਮਰਦਾਨਿਆ ਸਾਨੂੰ ਨਿਰੰਕਾਰ ਲੈ ਆਇਆ। ਹੈਰਾਨ ਹੈ ਗੋਰਖਨਾਥ ਵੀ ਪਹਿਲਾਂ ਤੇ ਮਨੁੱਖਾ ਸਰੀਰ ਹੋ ਕੇ ਇੱਥੇ ਆ ਗਏ, ਆਉਣ ਤੋਂ ਬਾਅਦ ਵੀ ਇਹ ਨਹੀਂ ਕਹਿੰਦੇ ਅਸੀਂ ਆਏ ਆ, ਕਹਿੰਦੇ ਸਾਨੂੰ ਨਿਰੰਕਾਰ ਲੈ ਕੇ ਆਇਆ ਏ। ਸਵਈਆ ਗੈਲ ਨਹੀਂ ਏ ਸੈਲ ਕੇ ਉੱਪਰ, ਸੀਸ ਅਦੋ ਪਦ ਉਰਦ ਹੋ। ਗੁਰੂ ਨਾਨਕ ਸਾਹਿਬ ਹੱਸ ਕੇ ਆਖਦੇ ਚੋਟੀ ਤੇ ਬੈਠ ਕੇ ਸਿਲਾ ਤੇ ਕਹਿੰਦੇ ਮਰਦਾਨਿਆ ਸਰਦਾਰ ਪਰਬਤ ਨੂੰ ਤੇ ਉੱਪਰ ਵੇਖਦਿਆਂ ਵੀ ਨਾ ਸਿਰ ਅਸਮਾਨ ਨੂੰ ਲੱਗ ਜਾਂਦਾ, ਇੰਨਾ ਉੱਚਾ ਹੈ। ਨਾਲੇ ਆਪਾਂ ਉੱਥੇ ਕਾਹਨੂੰ ਸੈਰ ਕਰਨੀ ਆ, ਆਪਾਂ ਚੋਟੀਆਂ ਤੇ ਆ ਗਏ, ਸਾਰੀ ਦੁਨੀਆ ਤੋਂ ਉੱਚੇ ਬੈਠੇ ਆ। ਕਿਉਂਕਿ ਭਾਈ ਮਰਦਾਨੇ ਦੇ ਅੰਦਰ ਖਿਆਲ ਆਉਂਦਾ ਇਹ ਤੂੰ ਅੱਗੇ ਜਾਏਗੀ, ਇਹ ਤੂੰ ਅੱਗੇ ਜਾਈਏ, ਹੋਰ ਕੀ ਆਊਗਾ? ਮਰਦ ਮੁਸਕਾਈ ਜਾ ਕਹਿੰਦੇ ਮਰਦਾਨੇ ਜਿੱਥੇ ਪਰਮੇਸ਼ਵਰ ਲੈ ਜਾਊਗਾ ਨਾ, ਸਮਾਂ ਪਿਆ ਫਿਰ ਚੱਲਾਂਗੇ। ਉਹ ਨਹਿ ਆਏ ਮਹਾ ਬਿਖਰੋ ਮਗ, ਆਵਤ ਸੋ ਹੋਏ ਖੇਚਰ ਜੋ। ਦੁਪਹਿਰ ਦਾ ਸਮਾਂ ਹੋਇਆ, ਬੈਠਿਆਂ ਨੂੰ ਵਕਤ ਬਤੀਤ ਹੋ ਗਿਆ। ਭਾਈ ਮਰਦਾਨੇ ਨੂੰ ਨਾ ਭੁੱਖ ਲੱਗੀ ਨਾ ਪਿਆਸ ਲੱਗੀ, ਕਿਰਪਾ ਗੁਰੂ ਸਾਹਿਬ। ਹੁਣ ਆਪੋ ਸਾਹਮਣੇ ਬੈਠ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਖੱਬੇ ਪਾਸੇ ਆ, ਗੁਰੂ ਸਾਹਿਬ ਸਿਲਾ ਤੇ ਉੱਚੀ ਥਾਂ ਤੇ ਬੈਠੇ ਆ, ਅਸੀਂ ਭਾਈ ਮਰਦਾਨਾ ਜੀ ਨੇੜੇ ਬਹਿ ਗਏ। ਉਦੋਂ ਇਹ ਜ਼ਿਕਰ ਚੱਲਦਾ ਹੈ, ਸੁਭਾਵਿਕ ਗੱਲਾਂ ਕਰਦੇ ਵੇਲੇ ਸੀ ਉਸ ਟਾਈਮ ਤੇ। ਮੈਂ ਕਿਹਾ ਮਹਾਰਾਜ ਇੱਥੇ ਨਾ ਕੋਈ ਖੇਚਰ ਆਉਂਦਾ ਨਾ ਪੂਚਰ ਆਉਂਦਾ, ਇਹ ਦੋ ਚੀਜ਼ਾਂ ਨੇ ਸਨਾਤਨਵਾਦ ਚ ਬੜੀਆਂ ਫੇਮਸ ਨੇ। ਖੇਚਰ ਕਹਿੰਦੇ ਆ ਉੱਡਣ ਵਾਲੇ, ਪੂਚਰ ਧਰਤੀ ਤੇ ਵਿਚਰਨ ਵਾਲੇ, ਹੈ ਤੇ ਜੀਵ ਜੰਤੂ। ਕਹਿੰਦੇ ਮਨੁੱਖ ਪਸ਼ੂ ਪਕਸ਼ੀ ਇੱਥੇ ਕਿਸੇ ਦੀ ਪਹੁੰਚ ਨਹੀਂ ਹੈ ਜਿੱਥੇ ਆਪਾਂ ਬੈਠੇ। ਇਸੇ ਕਰਕੇ ਉਹ ਪਰਬਤ ਸਾਫ ਸੁਥਰੇ ਆ ਕਿਉਂਕਿ ਉੱਥੇ ਬੰਦਾ ਨਹੀਂ ਪਹੁੰਚਿਆ। ਜਿੱਥੇ ਜਿੱਥੇ ਮਨੁੱਖ ਪਹੁੰਚ ਗਿਆ ਨਾ ਜੀ, ਧੰਨ ਧੰਨ ਕਰਾਈ ਪਈ ਆ ਸਤਿਨਾਮ। ਮੈਂ ਕਹਿੰਦਾ ਕੋਈ ਪਰਬਤ ਆਏ ਹੇਮਕੁੰਡ ਸਾਹਿਬ ਜਾ ਕੇ ਵੇਖੋ, ਬੀੜੀਆਂ ਦੇ ਢੇਰ, ਪਾਨ ਦੇ ਢੇਰ। ਸਾਡੇ ਤੇ ਲੋਕ ਧਾਨੀ ਆ, ਇਹ ਤੇ ਤੀਰਥਾਂ ਨੂੰ ਤੀਰਥ ਨਹੀਂ ਰਹਿਣ ਦਿੰਦੇ। ਹਰਿਦੁਆਰ ਜਾ ਕੇ ਵੇਖੋ ਨਰਕ ਬਣਾਇਆ ਪਿਆ ਲੋਕਾਂ ਨੇ। ਕਿਹਨਾਂ ਦੀ ਕਰਤੂਤ ਹੈ? ਸਾਡੇ ਲੋਕਾਂ ਦੀ। ਅਸੀਂ ਤੇ ਸਾਡਾ ਵਸ ਚੱਲੇ ਤੇ ਧਾਰਮਿਕ ਥਾਵਾਂ ਨੂੰ ਧਾਰਮਿਕ ਰਹਿਣੇ ਨਾ ਦੇਈਏ।
ਪਰ ਜਿਨ੍ਹਾਂ ਥਾਵਾਂ ਤੇ ਮਨੁੱਖ ਨਹੀਂ ਪਹੁੰਚਿਆ, ਕੁਦਰਤ ਨੇ ਸਭ ਕੁਝ ਆਪਣੇ ਆਪ ਹੀ ਸਾਫ਼ ਕੀਤਾ ਹੋਇਆ। ਬੜੀ ਦੇਰ ਤੱਕ ਕਹਿੰਦੇ ਬੈਠੇ ਰਹੇ, ਕੁਛ ਘੜੀਆਂ ਬਤੀਤ ਹੋਈਆਂ, ਪਰ ਗੋਰਖ ਸਾਹਮਣੇ ਨਹੀਂ ਆਇਆ। ਸਿੱਧ ਬੈਠੇ ਆਸੇ ਪਾਸੇ, ਉਹਨਾਂ ਨੂੰ ਪਤਾ ਹੀ ਨਹੀਂ ਕੌਣ ਆਇਆ। ਚੌਕੜਾ ਲਾਇਆ ਹੋਇਆ, ਆਪਣੇ ਆਪਣੇ ਰੰਗ 'ਚ ਮਸਤ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਲੈਂਦੇ ਆ, ਮੁਸਕਰਾ ਪੈਂਦੇ ਆ, ਦੇਖ ਲੈਂਦੇ ਆ, ਹੱਸ ਪੈਂਦੇ ਆ। ਫਿਰ ਭਾਈ ਬਾਲਾ ਮਰਦਾਨਾ ਗੁਰਾਂ ਨਾਲ ਬਚਨ ਕਰਦੇ ਨੇ। ਸੇਵਕ ਸ਼ਾਮ ਸਦਾ ਸੁਖ ਧਾਮ, ਭਨੇ ਅਬਰਾਮ ਸੁਨੇ ਹਮ ਦੋ। ਭਾਈ ਮਰਦਾਨਾ ਫਿਰ ਮਰਦ ਨੂੰ ਕਹਿੰਦਾ, ਸਤਿਗੁਰੂ ਜੀ ਅਸੀਂ ਤੁਹਾਡੇ ਸੇਵਕਾਂ, ਤੁਸੀਂ ਕਿਰਪਾ ਕੀਤੀ, ਸਾਨੂੰ ਆ ਸਾਰਾ ਕੁਝ ਵਿਖਾਤਾ। ਨਹੀਂ ਸਾਨੂੰ ਕੀ ਪਤਾ ਸੀ ਰਾਏ ਭੋਜ ਦੀ ਤਲਵੰਡੀ ਰਹਿੰਦੀ ਆ ਵੀ ਕੋਈ ਹਿਮਾਲਿਆ ਪਰਬਤ ਵੀ ਹੁੰਦਾ ਹੈ। ਹੁਣ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਪੁਰਾਣੇ ਸਮੇਂ 'ਚ ਕੀ ਪਤਾ ਹੁੰਦਾ ਸੀ ਕਿੱਥੇ ਕੀ ਹੈ। ਇਹ ਤੇ ਗੁਰੂ ਸਾਹਿਬ ਨੇ ਵਿਖਾਤਾ। ਚਲੋ ਅੱਜ ਦਾ ਜ਼ਮਾਨਾ ਬੜਾ ਐਡਵਾਂਸ ਹੈ, ਇੱਕ ਕਲਿੱਕ ਤੇ ਤੁਸੀਂ ਸਭ ਕੁਝ ਵੇਖ ਸਕਦੇ, ਹਜ਼ਾਰਾਂ ਕਿਲੋਮੀਟਰ ਦੂਰ। ਉਦੋਂ ਕਿੱਥੇ ਸੀ? ਸ਼ੁਕਰੀਆ ਅਦਾ ਕਰਨ ਮਹਾਰਾਜ ਦਾ, ਬਾਰ-ਬਾਰ ਤਰਲੇ ਕਰ, ਮਿੰਨਤਾਂ ਕਰ। ਅੱਜ ਵੀ ਸੁਮੇਰ ਤੇ ਕੈਲਾਸ਼ ਤੇ ਜਾਣਾ ਕਿਸੇ ਦੇ ਵੱਸ ਦਾ ਕੰਮ ਹੈ? ਤੁਸੀਂ ਮਾਊਂਟ ਐਵਰੈਸਟ ਤੇ ਜਾਣ ਵਾਲਿਆਂ ਬਾਰੇ ਬੜਾ ਕੁਝ ਸੁਣਿਆ, ਜਾਂਦੇ ਆ ਲੋਕੀ, ਬੜੇ ਜਾ ਰਹੇ ਆ। 1963 ਤੋਂ ਪਹਿਲਾਂ ਤੋਂ ਵੀ ਜਾ ਰਹੇ ਆ। ਪਰ ਇਹ ਦੱਸੋ ਵੀ ਅੱਜ ਤੱਕ ਕੋਈ ਕੈਲਾਸ਼ ਤੇ ਗਿਆ, ਸੁਮੇਰ ਪਰਬਤ ਤੇ ਗਿਆ? ਕਿਉਂਕਿ ਇਹ ਜਿਹੜੀਆਂ ਚੋਟੀਆਂ ਇਹ ਤਲਵਾਰ ਦੀ ਧਾਰ ਵਾਂਗ ਨੇ, ਗੋਲਸ਼ੀ ਚੜ੍ਹਨਾ ਹੀ ਔਖਾ ਹੈ। ਮਾਊਂਟ ਐਵਰੈਸਟ ਤੇ ਚੜ੍ਹਨ ਵਾਲੇ ਚੜ੍ਹਦੇ ਆ, ਟਰਾਈ ਕਰਦੇ ਆ, ਤਕਨੀਕ ਨਾਲ ਚੱਲਦੇ ਆ। ਬੜਿਆਂ ਨੇ ਸਰ ਕੀਤੀ, ਸਾਡੇ ਇੰਡੀਅਨ ਵੀ, ਸਾਡੇ ਪੰਜਾਬੀ ਵੀ, ਪਤਾ ਨਹੀਂ ਕਿੰਨੇ ਕੁ ਜਾਏ ਹੁਣ ਤੱਕ। ਰਾਹ ਬਣ ਗਏ ਬਰਫਾਂ ਤੇ, ਜਾਈ ਜਾਂਦੇ ਆ ਲੋਕੀ ਆਪਣੇ ਤਰੀਕੇ ਨਾਲ। ਪਰ ਨਾ ਕੋਈ ਸੁਮੇਰ ਤੇ ਗਿਆ ਅਜੇ ਤੱਕ, ਨਾ ਕੋਈ ਕੈਲਾਸ਼ ਤੇ ਗਿਆ। ਸਿਰਫ ਇਹਨਾਂ ਬਾਰੇ ਦੰਦ ਕਥਾਵਾਂ ਪ੍ਰਚਲਿਤ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਬੜੀ ਦੇਰ ਤੱਕ ਬਚਨ ਕਰਦੇ ਰਹੇ। ਸਿੱਧਾਂ ਨੂੰ ਕਹਿੰਦੇ ਇੱਕ ਚੜਿਆ ਕਰੇ, ਇੱਕ ਲੱਥਿਆ ਕਰੇ, ਵੀ ਸਾਡੀ ਭਗਤੀ ਵਾਲੀ ਥਾਂ ਤੇ ਗੱਲਾਂ ਕਰਨ ਵਾਲੇ ਕੌਣ ਨੇ? ਈਰਖਾ ਹੈ, ਕੀ ਚ ਨਹੀਂ ਹੈ ਈਰਖਾ? ਬਸ ਇੱਕ ਬੰਦੇ ਚ ਈਰਖਾ ਨਹੀਂ ਹੁੰਦੀ, ਜੀ ਤੇ ਗੁਰੂ ਦੀ ਕਿਰਪਾ ਹੋਵੇ, ਉਹ ਨਹੀਂ ਕਰਦਾ। ਸਿੱਧਾਂ ਚ ਈਰਖਾ ਸੀ, ਸਾੜਾ ਸੀ। ਬੜੀ ਦੇਰ ਤੱਕ ਗੋਰਖ ਸੁਣਦਾ ਰਿਹਾ, ਗੱਲਾਂ ਬਰਦਾਸ਼ਤ ਤੋਂ ਬਾਹਰ ਹੋ ਗਈਆਂ। ਗੋਰਖ ਆਏ ਗਇਓ ਢਿਗਤਾਂ ਛਿਨ, ਵਾਕ ਉਚਾਰਤ ਹੋ ਤੁਮ ਕੋ। ਇਧਰ ਤੇ ਬਚਨ ਬਲਾਸ ਭੋਲੇ ਭਾਏ ਤਰੀਕੇ ਨਾਲ ਚੱਲਦੇ ਆ। ਕਹਿੰਦੇ ਇੱਕਦਮ ਗੋਰਖ ਪ੍ਰਗਟ ਹੋ ਗਿਆ, ਸਿੱਧਾਂ ਦਾ ਗੁਰੂ। ਪਿੱਛੇ ਕੌਣ ਨੇ? ਸਿੱਧ ਮੰਡਲੀ, ਸੈਂਕੜੇ ਸਿੱਧ ਖੜੇ, 84 ਤੇ ਮੁੱਖ ਨੇ ਉਹਨਾਂ ਚੋਂ, ਬਾਕੀ ਪਤਾ ਨਹੀਂ ਕਿੰਨੇ ਹੋਣਗੇ। ਗੋਰਖ ਆਇਆ, ਸਾਹਮਣੇ ਸਿਲਾ ਤੇ ਬਹਿ ਗਿਆ, ਪੱਥਰ ਤੇ ਚੋਟੀ ਦੇ ਉੱਪਰ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਉਹ ਬਾਲਿਆ। ਬਾਲਾ ਮਤਲਬ ਭਾਈ ਬਾਲਾ ਨਹੀਂ, ਬਾਲਾ ਮਤਲਬ ਬੱਚਾ। ਕਿਉਂ ਕਹਿੰਦਾ ਬੱਚਾ? ਸਾਨੂੰ ਸੁਣ ਕੇ ਗੁੱਸਾ ਆ ਜਾਣਾ ਵੀ ਲੈ ਉਹ ਕੌਣ ਹੁੰਦਾ ਸਾਡੇ ਬਾਬੇ ਕੋਲ? ਨਹੀਂ, ਬੱਚਾ ਹੀ ਉਹਨਾਂ ਦੇ। ਕਿਉਂ? ਜਿਨ੍ਹਾਂ ਦੀਆਂ 5-5 ਹਜ਼ਾਰ ਸਾਲ ਉਮਰਾਂ ਨੇ, 40 ਸਾਲਾਂ ਵਾਲੇ ਉਹਨਾਂ ਨੂੰ ਬੱਚੇ ਹੀ ਲੱਗਦੇ। ਅਸੀਂ ਆਪਾਂ ਆਪਣੇ ਵੱਲ ਵੇਖ ਲਈਏ, ਸਾਡੀ ਜੇ ਉਮਰ 60-70 ਸਾਲਾਂ ਦੀ ਹੈ, ਜੇ 20 ਸਾਲਾਂ ਦਾ ਬੱਚਾ ਤਰੱਕੀ ਕਰਦਾ, ਉਹਨੂੰ ਅਸੀਂ ਬੰਦੇ ਕੀ ਸਮਝਦੇ? ਵੀ ਲੈ ਐਵੇਂ ਥੋੜਾ ਚਿੱਟੇ ਹੋ ਗਏ ਵਾਲ ਸਾਡੇ, ਇਹ ਹੰਕਾਰ ਚੱਕੀ ਫਿਰਦੇ ਵੀ ਹੋ ਸਕਦਾ ਤੈਨੂੰ ਸਾਰੀ ਜ਼ਿੰਦਗੀ ਅਕਲ ਨਾ ਹੀ ਹੋਵੇ ਤੇ 15 ਸਾਲ ਦਾ ਬੱਚਾ ਤੇ ਤੂੰ ਸਿਆਣੀ ਗੱਲ ਕਰਦਾ ਹੋਵੇ, ਤੂੰ ਉੱਥੇ ਤੱਕ ਸੋਚਿਆ ਵੀ ਨਾ ਹੋਵੇ, ਕਿੱਥੋਂ ਤੱਕ ਦਾ ਤਜਰਬਾ ਕਰੀ ਫਿਰਦਾ ਹੋਵੇ। ਕਾਹਦਾ ਮਾਣ ਹੈ? ਗੋਰਖਨਾਥ ਆ ਕੇ ਕਹਿੰਦਾ, ਕੌਣ ਹੋ ਤੁਸੀਂ? ਇੱਥੇ ਕੀ ਕਰਨੇ ਆਏ ਹੋ? ਕਬਿਤ ਕੌਣ ਤੁਮ ਨਾਮ, ਦੇਸ ਛੋਰ ਆਇਓ ਕੌਣ ਕਾਮ। ਕੌਣ ਹੋ ਤੁਸੀਂ? ਨਾਮ ਤੁਹਾਡਾ ਕੀ ਹੈ? ਦੇਸ਼ ਆਪਣਾ ਕਿਹੜਾ ਛੱਡ ਕੇ ਆਏ ਹੋ? ਇਹ ਸਵਾਲ ਬੜੇ ਦਰਦ ਭਰੇ ਸੀ ਗੋਰਖ ਲਈ। ਸਾਡੇ ਦੇਸ਼ ਵਿੱਚ ਤੇ ਐਡਾ ਕੋਈ ਇੰਨੇ ਜੋਗਾ ਹੈ ਹੀ ਨਹੀਂ ਜੋ ਸੁਮੇਰ ਪਰਬਤ ਤੇ ਆ ਜੀ। ਫਿਰ ਨਾਮ ਤੇ ਪੁੱਛਾਂ, ਕਿਉਂਕਿ ਨਾਮ ਭਰਤਰੀ ਨੇ ਦੱਸਤਾ ਵੀ ਉਹ ਗੁਰੂ ਨਾਨਕ ਸਾਹਿਬ ਨੇ ਆਪ ਪਰਮੇਸ਼ਵਰ ਦਾ ਰੂਪ ਹਨ, ਉਹ ਕਿਸੇ ਵਿਸ਼ਨੂੰ ਦੇ ਅਵਤਾਰ ਨਹੀਂ। ਪਰ ਉਹ ਕਹਿੰਦਾ ਵੀ ਜੇ ਏਡੀ ਕਲਾ ਵਾਲੇ ਆ, ਮੈਂ ਆਪੇ ਸਿੱਧੇ ਰਾਹ ਪਾ ਲੂੰ, ਆਪੇ ਸੇਵਕ ਬਣਾ ਲੂੰ ਉਹਨਾਂ ਨੂੰ। ਸਾਡਾ ਤੇ ਪ੍ਰਚਾਰ ਆਪੇ ਬ੍ਰਹਿਮੰਡ 'ਚ ਹੋਊ, ਪੂਰੀ ਦੁਨੀਆ 'ਚ ਹੋਊ। ਜਾਣ ਬੁੱਝ ਕੇ ਪੁੱਛਦਾ ਵੀ ਉਹੀ ਨਹੀਂ, ਕੋਈ ਹੋਰ ਹੈ। ਨਾਮ ਦੱਸੋ ਤੁਹਾਡਾ ਕੀ ਹੈ? ਬਾਲਿਓ, ਬੱਚਿਓ, ਇੱਥੇ ਕੀ ਕਰਨੇ ਆਏ ਹੋ? ਕੌਣ ਤੇਰੀ ਜਾਤ, ਕੀਓ ਕਿਤ ਕੋ ਪਿਆਨ ਹੈ। ਕਿੱਧਰ ਨੂੰ ਚੱਲੇ ਹੋ? ਜਾਤ ਕੀ ਹੈ ਤੁਹਾਡੀ? ਗੋਰਖਨਾਥ ਪੁੱਛਦੇ। ਸਿੱਧਾਂ ਦੇ ਗੁਰੂ, ਕੋਈ ਛੋਟੀ ਖੇਡ ਥੋੜੀ ਹੈ ਗੋਰਖਨਾਥ।
ਐਵੇਂ ਕਿਸੇ ਨੂੰ ਅੰਡਰ ਐਸਟੀਮੇਟ ਨਹੀਂ ਕਰੀਦਾ। ਕੋਈ ਦੇਵੀ ਦੇਵਤਾ ਹੋਵੇ, ਸਭ ਆਪਣੀ ਥਾਂ ਸਤਿਕਾਰਯੋਗ ਨੇ। ਤੁਸੀਂ ਆਪ ਹੀ ਸੋਚ ਕੇ ਵੇਖੋ ਜੀ, ਜਿਨ੍ਹਾਂ ਨੂੰ ਬਾਬਾ ਗੁਰੂ ਨਾਨਕ ਹਜ਼ਰਤ ਪਾਤਸ਼ਾਹ ਆਪ ਮਿਲ ਚੱਲੇ ਆ, ਉਹ ਕੋਈ ਛੋਟੀਆਂ ਗੱਲਾਂ ਨੇ। ਮੰਨਿਆ ਉਹਨਾਂ ਚੌਗਣ ਹੋਊਗਾ, ਅਸੀਂ ਕੌਣ ਔਗਣ ਕੱਢਣ ਵਾਲੇ ਜੀ? ਸਾਡੇ ਪੱਲੇ ਕੀ ਹੈ? ਅਸੀਂ ਗੁਨਾਹਾਂ ਦੇ ਪਾਪ ਦੇ ਭਰੇ ਹੋਏ ਆ, ਦੂਜੇ ਚੈਬ ਪਲਾਂ 'ਚ ਕੱਢ ਦਿੰਦੇ ਆ। ਨਹੀਂ ਭਾਈ, ਜਿਨ੍ਹਾਂ ਨੂੰ ਗੁਰੂ ਨਾਨਕ ਮਿਲਦੇ ਰਹੇ, ਜਿਨ੍ਹਾਂ ਨਾਲ ਮਿਲ ਕੇ ਸਤਿਗੁਰਾਂ ਬਾਣੀ ਰਚ ਦਿੱਤੀ ਹੈ, ਉਹ ਤੇ ਜੀਵਨ ਮੁਕਤ ਹੋ ਗਏ। ਆਖੋ ਸਤਿਨਾਮ। ਜੀਵਨ ਮੁਕਤ ਹੋਣ ਤੋਂ ਪਹਿਲਾਂ ਦੀ ਕਥਾ ਹੈ, ਉਦੋਂ ਵੀ ਵੱਡਿਆਂ ਭਾਗਾਂ। ਗੋਰਖ ਜੀ ਆਏ, ਇਸ ਕਰਕੇ ਬਾਰ-ਬਾਰ ਸਤਿਕਾਰ ਸਹਿਤ ਕਿਹਾ ਜਾਂਦਾ ਗੋਰਖਨਾਥ ਜੀ ਸਦਾ ਦੇ ਗੁਰੂ ਨੇ। ਗੁਰੂ ਸਾਹਿਬ ਨੂੰ ਬੜੇ ਕੌੜੇ ਸ਼ਬਦ ਬੋਲੇ, ਕਿਉਂਕਿ ਗੁਰੂ ਵਾਲੀ ਫੀਲਿੰਗ ਤੇ ਹੈ ਹੀ ਹੈ ਨਾ। ਫਿਰ ਟੀਚਰ ਹੀ ਹੁੰਦਾ ਜੀ। ਵੱਡੀ ਉਮਰ ਵਾਲਾ ਹੀ ਹੁੰਦਾ, ਛੋਟੇ ਨੂੰ ਇਹ ਕਹਿ ਕੇ ਬੁਲਾਉਂਦਾ, ਉਹਨੂੰ ਪਤਾ ਵੀ ਇਹੋ ਜਿਹੇ ਪਤਾ ਨਹੀਂ ਸਾਡੇ ਕੋਲ ਕਿੰਨੇ ਹੁੰਦੇ ਆ। ਪਰ ਉਹ ਉਸੇ ਹਿਸਾਬ ਨਾਲ ਗੁਰੂ ਸਾਹਿਬ ਨੂੰ ਬੋਲਦਾ ਹੈ, ਕਹਿੰਦੇ ਜਾਤ ਕੀ ਹੈ ਤੁਹਾਡੀ? ਕਿਉਂਕਿ ਹਿੰਦੁਸਤਾਨ ਦਾ ਸਿਸਟਮ ਜਾਤਾਂ ਗੋਤਾਂ ਦੇ ਪਹਿਲੇ ਦਿਨ ਤੋਂ ਹੀ ਗਰਕ ਹੋਇਆ ਪਿਆ। ਬੇਸ਼ੱਕ ਅੱਜ ਅਸੀਂ ਸਿੱਖਾਂ ਖਾਲਸੇ ਆ, ਪਰ ਕੋਡ ਤੇ ਸਾਡੇ ਅੰਦਰੋਂ ਵੀ ਨਹੀਂ ਜਾਂਦਾ ਅੱਜ ਦੇ ਸਮੇਂ। ਜਿੰਨਾ ਮਰਜ਼ੀ ਅਸੀਂ ਕਹੀ ਜਾਈਏ, ਰਿਸ਼ਤਾ ਕਰਦੇ ਆ ਕਿਤੇ। ਲੈ ਮੈਂ ਆਪਣੀ ਗੱਲ ਕਰਦਾ, ਦੂਜੇ ਜਿੰਨੀਆਂ ਮਰਜ਼ੀ ਕਰੀ ਜਾਈਏ, ਜੇ ਮੈਨੂੰ ਕੋਈ ਕਹੇ ਫਲਾਣੀ ਗੱਲ, ਮੈਂ ਵੀ ਕਹਿੰਦਾ ਯਾਰ ਘਰ ਦੀ ਨਹੀਂ ਮੰਨਦੇ। ਫਿਰ ਕੀ ਹੈ ਵਿੱਚ ਗੱਲਾਂ ਹੀ ਨਹੀਂ ਬੋਲੇ। ਪਰ ਹਾਂ, ਮੰਨਿਆ ਉਸ ਦਿਨ ਜਾਣਾ ਹੈ, ਜਿਹਨੂੰ ਕੋਈ ਹੱਥ ਨਾ ਲਾਵੇ ਤੇ ਉੱਥੇ ਰਿਸ਼ਤਾ ਕਰਾ ਕੇ ਵਿਖਾ, ਫਿਰ ਮੰਨਾਂਗੇ ਤੇਰੇ ਅੰਦਰ ਜਾਤ ਦਾ ਕੋਡ ਨਹੀਂ। ਐਵੇਂ ਤਾਂ ਸਾਰੇ ਨਕਲੀ ਖਾਲਸੇ ਤੁਰੇ ਫਿਰਦੇ ਆਪਾਂ। ਮੈਂ ਵੀ ਖਾਲਸਾ, ਤੂੰ ਵੀ ਖਾਲਸਾ, ਗੋਤ ਲਾਈ ਫਿਰਦੇ। ਸਾਡੀ ਤੇ ਜਥੇਬੰਦੀਆਂ ਦੇ ਪ੍ਰਧਾਨ ਲਾਈ ਫਿਰਦੇ ਗੋਤ। ਕਿਹਨੂੰ ਸਮਝਾਈਏ ਜਾ ਕੇ ਵੀ ਖਾਲਸਾ ਜਾਤ ਹੈ ਸਾਡੀ, ਅਸੀਂ ਸਿੱਖ ਹੁੰਦੇ ਆ, ਅਸੀਂ ਵੱਖ ਹੁੰਦੇ ਆ? ਕੁਛ ਨਹੀਂ, ਸਭ ਮਿਲਾਪੀ ਇਕੱਠੇ ਹੋਏ ਫਿਰਦੇ ਆ ਅਸੀਂ। ਸਾਡੀ ਗੱਲ ਹੈ ਗੁਰੂ ਤੇ ਗੁਰੂ ਕਾ ਖਾਲਸਾ ਤੇ ਬੜਾ ਨਿਆਰਾ ਏ, ਚੜ੍ਹਦੀ ਕਲਾ ਵਾਲਾ ਹੈ। ਜਦੋਂ ਗੋਰਖ ਨੇ ਪੁੱਛਿਆ ਤੁਹਾਡੀ ਜਾਤ, ਗੁਰੂ ਬਾਬਾ ਜੀ ਮੁਸਕਰਾ ਪਏ। ਦੇਖੋ, ਸਿੱਧ ਹੋ ਕੇ, ਸਿੱਧਾਂ ਦਾ ਗੁਰੂ ਹੋ ਕੇ ਅਜੇ ਵੀ ਜਾਤਾਂ ਵੇਖਦੇ ਨੇ। ਗੈਲ ਨਭ ਸੁੰਦਰ ਪਰ ਕਾਸ਼ੀ ਮਾਰ ਠੰਡ ਨਹਿ, ਦੇਖੇ ਡਰ ਲਾਗੇ ਆਗੇ ਰਾਖਸ਼ ਪਿਆਣ ਹੈ। ਗੁਰੂ ਬਾਬਾ ਜੀ ਕਹਿੰਦੇ ਤੁਸੀਂ ਕਿਉਂ ਪੁੱਛਦੇ ਹੋ? ਜਾਣਦੇ ਆ ਮਰਦੇ ਕੌਣ ਹੈ? ਕਹਿੰਦਾ ਮੈਂ ਇਸ ਲਈ ਪੁੱਛਿਆ, ਇਸ ਚੋਟੀ ਤੇ ਕੋਈ ਮਨੁੱਖ ਨਹੀਂ ਆ ਸਕਦਾ। ਜਿਸ ਦਿਸ਼ਾ ਤੁਸੀਂ ਬੈਠੇ ਹੋ ਚੋਟੀ ਪਹਾੜ ਦੇ, ਤੇ ਸੂਰਜ ਨਹੀਂ ਪੈਂਦਾ। ਸੂਰਜ ਇਸ ਪਾਸੇ ਨਹੀਂ ਆਉਂਦਾ, ਛਾਂ ਪੈਂਦੀ ਹੈ। ਇੱਥੇ ਜੰਗਲ ਵੀ ਕੋਈ ਨਹੀਂ। ਜਿਨ੍ਹਾਂ ਰਾਹਾਂ ਤੇ ਤੁਸੀਂ ਆਏ ਹੋ ਰਾਖਸ਼ ਫਿਰਦੇ ਹੋਣਗੇ, ਜਿੰਨ ਬੇਤਾਲ ਹੋਣਗੇ। ਕਿਹੜੇ ਰਾਹ ਪੈ ਗਏ ਹੋ ਤੇ ਕਿੱਧਰ ਚੱਲੇ ਹੋ? ਤੁਸੀਂ ਕੀ ਸੋਚਦੇ ਹੋ ਵੀ ਗੋਰਖਨਾਥ ਨੂੰ ਕੁਛ ਨਹੀਂ ਪਤਾ? ਓਏ ਭਰਤਰੀ ਯੋਗੀ ਨੇ ਕਹਿਤਾ, ਉਹ ਆਪ ਰੱਬ ਨੇ ਗੁਰੂ ਨਾਨਕ ਪਾਤਸ਼ਾਹ। ਮਿਲ ਕੇ ਆ ਉਹਨਾਂ ਨੂੰ, ਜਾਂ ਉਹਨਾਂ ਵਰਗੇ ਗੁਰੂ ਜੀ ਹੋ ਜਾਓ, ਜਾਂ ਉਹਨਾਂ ਨੂੰ ਆਪਣੇ ਵਰਗਾ ਬਣਾ ਲਓ। ਪਰ ਉਹ ਬੰਦਾ ਪਰਖ ਰਿਹਾ, ਉਹ ਸਾਧੂ ਪਰਖ ਰਿਹਾ ਗੋਰਖਨਾਥ ਗੁਰੂ ਨਾਨਕ ਸਾਹਿਬ। ਇੰਨਾ ਤੇ ਉਹਨੂੰ ਪਤਾ ਲੱਗ ਗਿਆ ਵੀ ਜਿਹੜੇ ਸਰੀਰ ਸਣੇ ਇੱਥੇ ਪਹੁੰਚ ਗਏ, ਆਮ ਨਹੀਂ ਹੋ ਸਕਦੇ, ਇਹ ਰੱਬੀ ਨੂਰ ਹੋਣਗੇ। कैसे जाओ आगे पीछे हटो अब भागे जाओ, को न दुख लागे मम बचन जो मान है। फिर भाई मर्दाना बोले कड्डे तो डर, कहते अगे जाना सीगा घूमण प्रधान पर्वत ते। ਉਹ ਕਹਿੰਦਾ ਕਾਕਾ ਵੇਖ, ਮੈਂ ਤੈਨੂੰ ਸ਼ਰਾਫ ਨਹੀਂ ਦਿੰਦਾ, ਗੁੱਸੇ ਚ ਨਹੀਂ ਬੋਲਦਾ। ਜਿੱਥੇ ਤੱਕ ਆ ਗਏ ਇੰਨਾ ਚੰਗਾ ਹੈ, ਮੇਰੇ ਕਹੇ ਵਾਪਸ ਮੁੜ ਜਾਓ, ਚੰਗੇ ਰਹੋਗੇ। ਗੋਰਖਨਾਥ ਕਹਿੰਦਾ, ਕਿਉਂਕਿ ਸਿੱਧ ਸਮੇਰ ਤੋਂ ਅੱਗੇ ਤੇ ਗਏ ਨਹੀਂ, ਕੈਲਾਸ਼ ਤੋਂ ਅੱਗੇ ਚੜੇ ਕਿਤੇ ਨਹੀਂ। ਇਹ ਸਰਦਾਰ ਪਰਬਤ ਦੀਆਂ ਗੱਲਾਂ ਕਰਦੇ ਆ। ਤੁਸੀਂ ਇਹ ਸੋਚੋ ਵੀ ਭਾਈ ਮਰਦਾਨਾ ਕਿੱਡਾ ਵੱਡਾ ਯੋਧਾ ਹੋਣਾ, ਕਿੱਡਾ ਮਹਾਨ ਮਹਾਂਪੁਰਖ ਹੋਣਾ। ਸਿੱਧ ਗੋਰਖ ਨੂੰ ਕਹਿਣ ਲੱਗੇ, ਕਹਿੰਦੇ ਅਸੀਂ ਤੇ ਅੱਗੇ ਜਾਣਾ ਹੈ, ਮੇਰਾ ਚ ਬਹਿ ਗਏ। ਸਿੱਧਾਂ ਨੂੰ ਲੱਗਦਾ ਵੀ ਸਾਡੇ ਤੋਂ ਟੌਪ ਕੋਈ ਨਹੀਂ, ਅਸੀਂ ਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਬੈਠੇ ਆ, ਭਗਤੀ ਕਰਦੇ ਆ ਇੱਥੇ। ਇਹ ਕਹਿੰਦੇ ਅੱਗੇ ਜਾਣਾ ਹੈ। ਫਿਰ ਇਹ ਠੀਕ ਨਹੀਂ ਕੋਈ ਵੀ ਮੈਂ ਕਹਾਂ ਜੀ ਮੈਂ ਤੇ ਸਾਰਿਆਂ ਤੋਂ ਉੱਚੀ ਮੰਜ਼ਲ ਤੇ ਚੜਿਆ, ਮੈਨੂੰ ਦੂਜਾ ਕਿੱਲਾ, ਤੂੰ ਤੇ ਅਜੇ ਕਿਤੇ ਵੀ ਨਹੀਂ, ਮੈਂ ਤੇ ਤੂੰ ਅੱਗੇ ਜਾਣਾ ਹੈ। ਕੱਚਾ ਜਾ ਲੈਂਦਾ ਭਾਈ ਮਰਦਾਨਾ ਕਹਿੰਦਾ ਗੋਰਖਨਾਥ ਨੂੰ, ਅਸੀਂ ਤੇ ਅੱਗੇ ਜਾਣਾ ਏ, ਇਹ ਤੇ ਰਸਤੇ ਦੇ ਵਿੱਚ ਬੈਠੇ ਆ। ਪੂਰੋ ਗੁਰ ਕੀਜੈ ਇਤ ਜਾਣ ਨਾਮ ਲੀਜੈ ਤਬ, ਬਿਨਾ ਆਏ ਚੱਲੇ ਕੈਸੇ ਦਿਨ ਨਿਜ ਪ੍ਰਾਣ ਹੈ। ਥੋੜੀ ਦੇਰ ਬਾਅਦ ਭਾਈ ਮਰਦਾਨੇ ਦੇ ਬਚਨਾਂ ਨੂੰ ਸੁਣ ਕੇ ਗੋਰਖਨਾਥ ਖਿੱਚ ਗਿਆ। ਪਹਿਲਾਂ ਹੀ ਹੰਕਾਰ ਅੰਦਰ ਬੜਾ, ਉੱਤੇ ਝੁਕਾਉਣ ਆਇਆ। ਕਹਿੰਦਾ ਤੁਸੀਂ ਆ ਆਪਣੀ ਮਰਜ਼ੀ ਨਾਲ ਗਏ, ਜਾਓਗੇ ਮੇਰੀ ਮਰਜ਼ੀ ਨਾਲ। ਨਾ ਤੁਸੀਂ ਅੱਗੇ ਜਾ ਸਕਦੇ ਨਾ ਪਿੱਛੇ। ਜੇ ਮੈਨੂੰ ਗੁਰੂ ਨਾ ਮੰਨਿਆ ਨਾ,
ਪ੍ਰਾਣ ਖਿੱਚ ਲਾਂਗਾ ਆਖੋ ਸਤਨਾਮ, ਜਿਉਂਦੇ ਨਹੀਂ ਜਾਓਗੇ। ਭਾਈ ਮਰਦਾਨੇ ਨੂੰ ਕੋਈ ਸ਼ਿਕਰ ਨਹੀਂ। ਭਾਈ ਬਾਲਾ ਜੀ ਕਹਿੰਦੇ ਇਸ ਤੇ ਬੇਪਰਵਾਹ ਬੈਠੇ ਆ ਕਿਉਂਕਿ ਸੱਚੀ ਸਰਕਾਰ ਸਾਡੇ ਨਾਲ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਐਡਾ ਵੱਡਾ ਵਿਸ਼ਵਾਸ ਕਰਨਾ ਇੱਕ ਸਿੱਖ ਦਾ ਫਰਜ਼ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੌਂਕੜਾ ਲਾ ਲਿਆ ਸਿਲਾ ਤੇ ਉਸ ਪਰਬਤ ਦੀ ਪਹਾੜੀ ਤੇ। ਗੋਰਖਨਾਥ ਆਪਣੀ ਸਿਲਾ ਤੇ ਬਹਿ ਕੇ ਇੱਕ ਪੈਰ ਲਟਕਾ ਕੇ ਬੈਠਾ ਸਾਹਮਣੇ, ਉੱਚੀ ਥਾਂ ਤੇ ਬੈਠਾ ਸਤਿਗੁਰਾਂ ਤੋਂ, ਕਿਉਂਕਿ ਉਹਨੂੰ ਲੱਗਦਾ ਮੈਂ ਸਿੱਧਾ ਦਾ ਗੁਰੂ ਆ। ਕਹਿੰਦਾ ਤੁਸੀਂ ਜਾ ਨਹੀਂ ਸਕਦੇ, ਮੈਨੂੰ ਗੁਰੂ ਮੰਨੋ, ਗੁਰੂ ਧਾਰਨ ਕਰੋ। ਪਵਿੱਤ ਰੂਪ ਅਚਰਜ ਹਮ, ਜਾਤ ਤੇ ਅਜਾਤ ਭਏ, ਦੇਸ ਜਾਂ ਸੋ ਜਹ ਸਸਿ ਨਹਿ ਭਾਨ ਕੋ। ਗੁਰੂ ਸਾਹਿਬ ਜਵਾਬ ਦੇਣ ਲੱਗੇ, ਕਹਿੰਦੇ ਰੂਪ ਸਾਡਾ ਅਨਰੂਪ ਹੈ ਨਹੀਂ ਕੋਈ, ਜਾਤ ਸਾਡੀ ਆਜ਼ਾਦ, ਕੋਈ ਜਾਤ ਨਹੀਂ ਸਾਡੀ। ਦੇਸ਼ ਕਿਹੜਾ ਹੈ? ਦੇਸ਼ ਉਹ ਹੈ ਜਿੱਥੇ ਚੰਦ ਸੂਰਜ ਤਾਰੇ ਨਹੀਂ ਆਖੋ ਸਤਨਾਮ, ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲੈ ਮਹਾਤ। ਤਿੰਨ ਜਵਾਬ ਗਰੀਬ ਨਵਾਜ਼ ਸਤਿਗੁਰਾਂ ਨੇ ਇੱਕ ਬਚਨ ਵਿੱਚ ਦਿੱਤੇ ਨੇ। ਹਟੇ ਅਬ ਬਨੇ ਨਹਿ, ਜਾਵੋ ਜੀ ਮਾਹੇ ਜੇ ਹੈ, ਜਿਦੇ ਜੋ ਹਮਾਰੇ ਭਗ ਭੈ ਭਇਓ ਸਭ ਹਾਨ ਕੋ। ਸਤਿਗੁਰ ਕਹਿੰਦੇ ਸਾਡਾ ਜਿੱਥੇ ਚਿੱਤ ਕਰੂ ਅਸੀਂ ਉੱਥੇ ਜਾਵਾਂਗੇ। ਦੁਨੀਆ ਤੇ ਜੰਮਿਆ ਹੀ ਨਹੀਂ ਸਾਨੂੰ ਰੋਕਣ ਵਾਲਾ। ਏਦਾਂ ਕਿਉਂ ਬੋਲਦੇ ਗੁਰੂ ਸਾਹਿਬ? ਜਿਹੋ ਜਿਹਾ ਸਵਾਲ ਕਰੂਗੀ ਜਵਾਬ ਜ਼ਰੂਰ ਦੇਗਾ। ਕਹਿੰਦੇ ਸਾਨੂੰ ਆਪਣੇ ਪ੍ਰਾਣਾਂ ਦਾ ਡਰ ਹੀ ਨਹੀਂ। ਅਸੀਂ ਜਦੋਂ ਦਾ ਅਵਤਾਰ ਲਿਆ ਪਹਿਲਾਂ ਮੌਤ ਵੇਖੀ ਹੈ। ਸਿੱਖ ਪੰਥ ਕੀ ਕਹਿੰਦਾ, ਸਿੱਖ ਧਰਮ ਕੀ ਕਹਿੰਦਾ? ਪਹਿਲਾ ਮਰਨ ਕਬੂਲ, ਜੀਵਨ ਕੀ ਛਾਟਿਆਸ। ਸਤਿਗੁਰ ਕਹਿੰਦੇ ਆ ਕਿਹੜੇ ਪ੍ਰਾਣਾਂ ਦੇ ਦਾਬੇ ਦਿੰਦਾ ਸਾਨੂੰ? ਨਿਰਭਉ ਹਾਂ, ਨਿਰਵੈਰ ਹਾਂ ਅਸੀਂ, ਸਾਨੂੰ ਕੋਈ ਰੋਕ ਨਹੀਂ ਸਕਦਾ। ਸੱਚੀ ਸਾਡੀ ਜਿਹੜੀ ਸੋਲ ਹੈ ਨਾ, ਆਤਮਾ, ਉਹ ਕਿਸੇ ਦੇ ਅਧੀਨ ਨਹੀਂ। ਮਨ ਵੀ ਸਾਡਾ ਕਿਸੇ ਦੇ ਅਧੀਨ ਨਹੀਂ। ਉਹ ਐਵੇਂ ਅਸੀਂ ਲੋਕਾਂ ਦੇ ਗੁਲਾਮ ਹੋਏ ਫਿਰਦੇ ਆ ਦੁਨੀਆ ਤੋਂ, ਐਵੇਂ ਡਰੀ ਜਾਂਦੇ। ਕਿਉਂ ਡਰਦੇ ਆ? ਕਿਉਂਕਿ ਆਪਣੇ ਪਾਪਾਂ ਤੋਂ ਡਰਦੇ ਆ, ਕੀਤੇ ਕਰਮਾਂ ਤੋਂ ਡਰੀ ਜਾਂਦੇ ਆ। ਫਲਾਣੇ ਬਾਰੇ ਮੈਂ ਇਦਾਂ ਕਿਹਾ ਸੀ, ਉਹਨੂੰ ਪਤਾ ਲੱਗ ਗਿਆ ਆਹ ਕਰ ਦੂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਬੱਬਰ ਸ਼ੇਰ ਵਾਂਗ ਭਵਕ ਕੇ ਸੁਮੇਰ ਪਰਬਤ ਦੀ ਚੋਟੀ ਤੇ ਸਿੱਧਾਂ ਦੇ ਗੁਰੂ ਗੋਰਖਨਾਥ ਨੂੰ ਆਖਿਆ ਸਾਨੂੰ ਰੋਕਣ ਵਾਲਾ ਹੈ ਕੋਈ ਨਹੀਂ, ਤੂੰ ਰੋਕ ਸਕਦਾ ਤੇ ਰੋਕ ਲਾ ਸਤਨਾਮ। ਸਮਾਂ ਸਮਾਪਤ ਹੈ ਜੀ। ਜਿਵੇਂ ਜਿਵੇਂ ਮਰਦ ਖੇਡਾਂ ਵਰਤਾਉਣਗੇ ਸੁਮੇਰ ਦੀਆਂ ਚੋਟੀਆਂ ਤੇ, ਕੱਲ ਸ਼ਾਮ ਦੇ ਦੀਵਾਨਾਂ ਵਿੱਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।